ਜਿਹੜੇ ਹੱਥ ਜੋੜ ਕੇ ਆਂਦੇ ਤੁਹਾਡੇ ਕੋਲ ਮੰਗਣ ਵੀ ਹਰ 5 ਸਾਲ ਬਾਅਦ ਵੀ ਸਾਨੂੰ ਸੇਵਾ ਵਾਸਤੇ ਆਏ ਆ ਤੇ ਸਾਨੂੰ ਵੋਟ ਦੇ ਦਿਓ। ਹੁਣ ਗੱਲ ਹੁੰਦੀ ਵੀ ਪਹਿਲੇ ਗੱਲ ਹੁੰਦੀ ਕੋਈ 1 ਨਹੀਂ 2 ਨਹੀਂ 3 ਨਹੀਂ 600 ਕਰੋੜ ਦਾ ਘੁਟਾਲਾ ਹੈ। ਪਰ ਵਿਜੀਲੈਂਸ ਨੇ ਲਗਾਇਆ ਵੀ ਇਹਦੇ ਨਾਲ ਜਿਹੜਾ ਸਰਕਾਰ ਨੂੰ ਆ 600 ਕਰੋੜ ਦਾ ਚੂਨਾ ਲੱਗਿਆ ਵੀ ਜਿਹੜਾ ਮੰਤਰੀ ਨੇ ਆਪਣੇ ਪੱਧਰ ਤੇ ਇਹ ਸਾਰਾ ਕੰਮ ਕਰਤਾ, ਨਾ ਮੁੱਖ ਮੰਤਰੀ ਨੂੰ ਵਿਸ਼ਵਾਸ ਚ ਲਿਆ ਨਾ ਕੈਬਨਿਟ ਨੂੰ ਵਿਸ਼ਵਾਸ ਚ ਲਿਆ। ਐਫੀਸ਼ੀਐਂਟ ਕਿੰਨੇ ਨੇ ਅਧਿਕਾਰੀ ਸਾਡੇ ਵੀ ਜਿਹੜੇ ਬੰਦੇ ਜੀਂਦੇ ਆ ਉਹਨਾਂ ਨੂੰ ਤਾਂ ਲੈਣਾ 'ਚ ਖਿਲਾਰ ਛੱਡਦੇ ਆ ਤੇ ਜਿਹੜੇ ਮਰੇ ਉਹਨਾਂ ਨੂੰ ਪੈਨਸ਼ਨਾਂ ਦੇਤੀਆਂ ਇਹਨਾਂ ਨੇ। 90,000 ਤੇ 428 ਪੈਨਸ਼ਨਾਂ ਜਿਹੜੀਆਂ ਉਹ ਗਲਤੀ ਜਾ ਰਹੀਆਂ, ਬੰਦੇ ਮਰੀ ਗਏ ਹੋਏ ਵਿੱਚ ਜੀ ਤੇ ਉਹਨਾਂ ਨੂੰ ਮਰਿਆ ਬੰਦਿਆਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ। ਉਹਨਾਂ ਕਿਹਾ ਵੀ ਉਹਨੇ ਪੈਨਸ਼ਨਾਂ ਦੀ ਰਿਕਵਰੀ ਕਰਾਈ ਜਾਵੇ। ਗੁਰਪ੍ਰੀਤ ਸਿੰਘ ਵਾਂਡਰ ਨੇ ਜਿਹੜੇ ਕਿ ਕਾਰਡੀਓਲੋਜਿਸਟ ਦੱਸੇ ਜਾਂਦੇ ਨੇ, ਉਹਨਾਂ ਦਾ ਨਾਮ ਪਹਿਲੇ ਭੇਜਿਆ ਜਾਂਦਾ ਬਾਬਾ ਫਰੀਦ ਯੂਨੀਵਰਸਿਟੀ ਵਾਈਸ ਚਾਂਸਲਰ ਦੇ ਵਾਸਤੇ। ਹੁਣ ਉਹਨਾਂ ਨੇ ਸਰਕਾਰ ਨੂੰ ਚਿੱਠੀ ਲਿਖਤੀ ਵੀ ਜਿਹੜਾ ਤੁਸੀਂ ਡਾਕਟਰ ਜਿਹੜਾ ਪੈਨਲ ਭੇਜਣਾ ਨਾ ਮਾਨਯੋਗ ਗਵਰਨਰ ਸਾਹਿਬ ਨੂੰ 3 ਬੰਦਿਆਂ ਦਾ, ਮੇਰਾ ਉਹ 'ਚ ਨਾਂ ਨਾ ਭੇਜਿਓ। ਜਦੋਂ ਉਹਨਾਂ ਨੇ ਕਿਹਾ 3 ਨਾ ਭੇਜੋ ਤੇ ਡਾਕਟਰ ਗੁਰਪ੍ਰੀਤ ਵਾਂਡਰ ਸਾਹਿਬ ਨੇ ਕਿਹਾ ਵੀ ਮੈਂ ਇਹ ਗਮ 'ਚ ਕੀ ਲੈਣਾ। ਉਹਨਾਂ ਨੇ ਕਿਹਾ ਵੀ ਮੇਰਾ ਨਾਂ ਨਾ ਭੇਜਿਓ, ਮੈਂ ਆਪਣਾ ਨਾਮ ਵਾਪਸ ਲੈਂਦਾ ਜੀ। ਵੱਡੇ ਬਾਦਲ ਸਾਹਿਬ ਤੋਂ ਕੋਟਕਪੂਰਾ ਕਾਂਡ ਦੇ ਵਿੱਚ ਜਿਹੜੀ ਉਹ ਸਿੱਟ ਨੇ ਪੁੱਛਤਾਛ ਕੀਤੀ ਹੈ। ਹੁਣ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲ ਨੂੰ ਵੀ ਬੁਲਾ ਲਿਆ, ਪਹਿਲੇ ਵੀ ਬੁਲਾਇਆ ਗਿਆ ਸੀ। ਤੁਹਾਨੂੰ ਪਤਾ ਵੀ ਕੋਟ ਵਿਜੇ ਪ੍ਰਤਾਪ ਜੀ ਕਹਿੰਦੇ ਸੀ ਵੀ ਜਿਹੜੇ ਸਾਡੇ ਅਫਸਰ ਪੁੱਛਗਿੱਛ ਕਰਨ ਜਾਂਦੇ ਚਾਹ ਪਕੌੜੇ ਖਾ ਕੇ ਆਇਂਦੇ ਕਰਦੇ ਕੁਛ ਨਹੀਂ। ਤਾਂ ਲੱਗਦਾ ਮੈਨੂੰ ਵੀ ਆ ਵੀ ਇਹਨਾਂ 'ਚ ਇੰਨੀ ਨਹੀਂ ਹੈਗੀ ਵੀ ਉਹਨਾਂ ਨੂੰ ਸਖਤੀ ਨਾਲ ਕੋਈ ਪੁੱਛਗਿੱਛ ਕਰਕੇ ਕੁਛ ਉਹਨਾਂ ਕੋਲ ਬੁਲਾ ਲੈਣ, ਸੱਚਾਈ ਲੈਣ। ਦੇਸ਼ ਵਿਦੇਸ਼ ਵਸਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4U ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ 'ਚ ਤੁਹਾਡਾ ਸਵਾਗਤ ਹੈ। ਅੱਜ ਫਿਰ ਗੱਲਬਾਤ ਕਰਾਂਗੇ। ਇੱਕ ਹੋਰ ਵੱਡਾ ਘੁਟਾਲਾ ਸਾਹਮਣੇ ਆਇਆ ਹੈ। 100 200 ਨਹੀਂ 600 ਕਰੋੜ ਦਾ ਇਹ ਘੁਟਾਲਾ ਹੈ। ਸਾਬਕਾ ਮਿਨਿਸਟਰ ਸੁੰਦਰ ਸ਼ਾਮ ਅਰੋੜਾ, ਉਹਨਾਂ ਦਾ ਨਾਮ ਸਾਹਮਣੇ ਆਇਆ। ਵਿਜੀਲੈਂਸ ਨੇ ਉਹਨਾਂ ਤੋਂ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਹੈ। ਆਖਿਰਕਾਰ ਇਹ ਲੀਡਰ ਕਰਦੇ ਕੀ ਨੇ, ਇਹਨਾਂ ਦਾ ਕੰਮ ਕੀ ਹੈ, ਇਹਨਾਂ ਨੂੰ ਲੋਕ ਚੁਣਦੇ ਕਿਉਂ ਨੇ ਤੇ ਇਹ ਕੀ ਕਰਨ ਲੱਗ ਜਾਂਦੇ ਨੇ, ਇਹ ਤੁਹਾਡੇ ਸਾਹਮਣੇ ਹੈ। ਇੱਕ ਹੋਰ ਅਧਿਕਾਰੀ, ਐਗਜ਼ੀਕਿਊਟਿਵ ਅਧਿਕਾਰੀ ਵਿਜੀਲੈਂਸ ਨੇ ਨਗਰ ਕੌਂਸਲ ਜੀਰਕਪੁਰ ਤੇ ਮੋਹਾਲੀ ਦੇ ਵਿੱਚ ਐਗਜ਼ੀਕਿਊਟਿਵ ਅਧਿਕਾਰੀ ਰਹਿ ਚੁੱਕੇ ਗਰੀਸ਼ ਵਰਮਾ ਨੂੰ ਗ੍ਰਿਫਤਾਰ ਕਰ ਲਿਆ। ਆਰੋਪ ਹੈ ਕਿ ਉਹਨਾਂ ਨੇ ਆਪਣੀ ਆਮਦਨੀ ਤੋਂ ਵੱਧ ਜਾਇਦਾਦ ਬਣਾਈ, ਆਪਣੇ ਮੁੰਡੇ ਦੇ ਨਾਂ, ਆਪਣੀ ਧਰਮਪਤਨੀ ਦੇ ਨਾਂ ਬਹੁਤ ਸਾਰੀਆਂ ਕਮਰਸ਼ੀਅਲ ਪ੍ਰਾਪਰਟੀਆਂ ਵੀ ਖਰੀਦੀਆਂ। ਹੁਣ ਸਵਾਲ ਇਹ ਕਿ ਇੱਕ ਅਧਿਕਾਰੀ ਐਸਾ ਕਿਹੜੇ ਡਿਪਾਰਟਮੈਂਟਾਂ 'ਚ ਕੀ ਹੋ ਰਿਹਾ, ਇਹ ਤੁਹਾਡੇ ਸਭ ਸਾਹਮਣੇ ਹੈ। ਸਾਨੂੰ ਕੁਝ ਦੱਸਣ ਦੀ ਲੋੜ ਨਹੀਂ, ਪਰ ਦੇਖੋ ਹੋ ਕੀ ਰਿਹਾ, ਇਹਨਾਂ ਦਾ ਕੰਮ ਕੀ ਹੈ ਤੇ ਕਰ ਕੀ ਰਹੇ ਨੇ। ਅਗਲੀ ਖਬਰ ਕਰਾਂਗੇ। ਸਮਾਜਿਕ ਸੁਰੱਖਿਆ ਡਿਪਾਰਟਮੈਂਟ ਇਹ 'ਚ ਵੀ ਘੁਟਾਲਾ ਹੋਇਆ ਹੈ। ਇਹਨਾਂ ਨੇ ਪੈਨਸ਼ਨ ਦੇਣੀ ਹੁੰਦੀ ਬਜ਼ੁਰਗਾਂ, ਵਿਧਵਾਵਾਂ ਤੇ ਵਿਕਲਾਂਗਾਂ ਨੂੰ, ਪਰ ਇਹਨਾਂ ਨੇ ਕਰੀਬ 90,000 ਐਸੇ ਲੋਕਾਂ ਨੂੰ ਪੈਨਸ਼ਨ ਦੇ ਦਿੱਤੀ ਜਿਹੜੇ ਕਿ ਇਸ ਦੁਨੀਆ 'ਚ ਹੀ ਨਹੀਂ। ਹੁਣ ਬੰਦਾ ਇਹਨਾਂ ਨੂੰ ਪੁੱਛੇ ਵੀ ਤੁਸੀਂ ਇਹਨਾਂ ਨੂੰ ਪੈਨਸ਼ਨ ਦੇਣ ਵਾਸਤੇ ਕੀ ਸਵਰਗ ਦਾ ਰੁੱਖ ਕੀਤਾ ਸੀ, ਇਹ ਵੀ ਸਮਝ ਤੋਂ ਪਰੇ ਹੈ। ਡਾਕਟਰ ਗੁਰਪ੍ਰੀਤ ਸਿੰਘ ਵਾਂਡਰ, ਜਿਨ੍ਹਾਂ ਨੂੰ ਸਰਕਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਾਉਣ ਵਾਸਤੇ ਘੋਸ਼ਣਾ ਵੀ ਕਰ ਦਿੱਤੀ ਸੀ ਤੇ ਇਹਦੀ ਫਾਈਲ ਜਿਹੜੀ ਹੈ ਗਵਰਨਰ ਸਾਹਿਬ ਕੋ ਭੇਜੀ ਸੀ ਅਪਰੂਵਲ ਵਾਸਤੇ। ਹੁਣ ਉਹਨਾਂ ਨੇ ਕਹਿ ਦਿੱਤਾ ਵੀ ਮੈਂ ਵਾਈਸ ਚਾਂਸਲਰ ਨਹੀਂ ਬਣਨਾ ਚਾਹੁੰਦਾ, ਇੱਥੇ ਵੀ ਗੱਲ ਕਰਾਂਗੇ। ਇਸ ਤੋਂ ਇਲਾਵਾ ਵੱਡੇ ਬਾਦਲ ਸਾਹਿਬ ਨੂੰ ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਸਿੱਟ ਨੇ ਬੁਲਾਇਆ ਸੀ, ਉਹਨਾਂ ਕੋਲ ਪੁੱਛਤਾਛ ਹੋਈ ਹੈ। ਹੁਣ ਸੁਖਬੀਰ ਸਿੰਘ ਬਾਦਲ ਨੂੰ ਵੀ ਬੁਲਾਇਆ ਗਿਆ। ਨੋਟਬੰਦੀ ਤੇ ਸੁਪਰੀਮ ਕੋਰਟ ਨੇ ਕੜਾ ਜਿਹੜਾ ਰੁਖ ਅਖਤਿਆਰ ਕੀਤਾ ਹੈ ਤੇ ਸਰਕਾਰ ਕੋਲ ਪੁੱਛ ਲਿਆ ਵੀ ਕੀ ਜ਼ਰੂਰਤ ਸੀ ਤੁਹਾਨੂੰ ਨੋਟਬੰਦੀ ਦੀ। RBI ਨੂੰ ਵੀ ਹਲਫਨਾਮਾ ਦਾਇਰ ਕਰਨ ਵਾਸਤੇ ਕਿਹਾ। ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਸਾਡੇ ਐਕਸਪਰਟ ਰਾਕੇਸ਼ ਸ਼ਰਮਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਸ਼ਰਮਾ ਜੀ, ਤੁਹਾਡਾ ਸਵਾਗਤ ਹੈ ਜੀ। ਨਮਸਕਾਰ ਜੀ ਭੰਡਾਰੀ ਸਾਹਿਬ। ਸਰ, ਘੁਟਾਲਾ ਪੰਜਾਬ ਘੁਟਾਲਿਆਂ ਦਾ ਰਹਿ ਗਿਆ ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਘੁਟਾਲੇ ਕਿਸੇ ਹੋਰ ਨੇ ਨਹੀਂ ਕੀਤੇ। ਜਿਹੜੇ ਉਹ ਲੀਡਰ ਹੈ ਜਿਹੜੇ ਹੱਥ ਜੋੜ ਕੇ ਆਂਦੇ ਤੁਹਾਡੇ ਕੋਲ ਮੰਗਣ ਵੀ ਹਰ 5 ਸਾਲ ਬਾਅਦ ਵੀ ਸਾਨੂੰ ਸੇਵਾ ਵਾਸਤੇ ਆਏ ਆ ਤੇ ਸਾਨੂੰ ਵੋਟ ਦੇ ਦਿਓ। ਹੁਣ ਗੱਲ ਹੁੰਦੀ ਵੀ ਪਹਿਲੇ ਗੱਲ ਹੁੰਦੀ ਕੋਈ 1 ਨਹੀਂ 2 ਨਹੀਂ 3 ਨਹੀਂ 600 ਕਰੋੜ ਦਾ ਘੁਟਾਲਾ ਹੈ। ਥੋੜਾ ਮੈਂ ਚਾਹਾਂਗਾ ਦਰਸ਼ਕਾਂ ਨੂੰ ਥੋੜਾ ਵਿਸਤਾਰ ਨਾਲ ਦੱਸਿਓ ਇਹ ਕੀ ਹੈ ਮਾਮਲਾ। ਇਹ ਕੱਲ ਵਿਜੀਲੈਂਸ ਬਿਊਰੋ ਨੇ ਸੁੰਦਰ ਸ਼ਾਮ ਅਰੋੜਾ ਜਿਹੜੇ ਪੁਰਾਣੇ ਕਾਂਗਰਸ ਸਰਕਾਰ 'ਚ ਇੰਡਸਟਰੀ ਮਿਨਿਸਟਰ ਸੀ ਜੀ, ਉਹਨਾਂ ਨੂੰ ਇਸ ਸਕੈਮ 'ਚ 600 ਕਰੋੜ ਦੇ ਸਕੈਮ 'ਚ ਸੱਦਿਆ ਸੀ ਪੁੱਛਗਿੱਛ ਵਾਸਤੇ। ਜੀ ਵਿਜੀਲੈਂਸ ਬਿਊਰੋ ਨੂੰ ਸ਼ੱਕ ਆ ਵੀ ਇਹ ਜਿਹੜਾ ਕੰਮ ਹੈ ਤੇ 600 ਰੁਪਏ ਦਾ 600 ਕਰੋੜ ਜਿਹੜਾ 600 ਕਰੋੜ ਦਾ ਜੀ ਜਿਹੜਾ ਸਟੇਟ ਦਾ ਖਜ਼ਾਨਾ ਉਹਨੂੰ ਘੁਟਾਲਾ ਹੋਇਆ ਉਹਦੇ ਵਿੱਚ। ਜੀ ਇਹ ਜ਼ਮੀਨ ਇੱਕ ਹੈਗੀ ਸੀ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਪੰਜਾਬ ਆਨੰਦ ਲੈਂਪ ਲਿਮਟਿਡ ਹਾਂਜੀ ਉਹਨੂੰ ਅਲਾਟਮੈਂਟ ਕੀਤੀ 5 ਏਕੜ ਜ਼ਮੀਨ ਸੈਕਟਰ 9 ਫੇਜ਼ 9 ਮੋਹਾਲੀ ਦੇ ਵਿੱਚ ਜੀ।
ਤੇ ਉਹਨੂੰ ਕਿਹਾ ਸੀ ਵੀ ਜਦੋਂ ਤੁਸੀਂ ਅੱਗੇ ਕਿਤੇ ਕਿਸੇ ਨੂੰ ਟ੍ਰਾਂਸਫਰ ਕਰੋਗੇ ਜਾਂ ਅਗਾਂਹ ਭੇਜ ਦਿਓਗੇ ਅਲਾਟ ਕਰੋਗੇ ਤੇ ਉੱਤੇ ਇੰਡਸਟਰੀ ਦਾ ਹੀ ਕੰਮ ਹੋਊਗਾ, ਹੋਰ ਕੋਈ ਕੰਮ ਨਹੀਂ ਹੋ ਸਕਦਾ। ਮਤਲਬ ਜਿਸ ਚੀਜ਼ ਵਾਸਤੇ ਇਹ ਅਲਾਟ ਹੋਈ ਉਹੀ ਇਹ ਜੇ ਤੁਸੀਂ ਗਾਂ ਟ੍ਰਾਂਸਫਰ ਕਰੋਗੇ ਤੇ ਇਹਦੀ ਟ੍ਰਾਂਸਫਰ ਇਸ ਕਰਕੇ ਹੋਏਗੀ ਵੀ ਇਹਨੂੰ ਸੇਮ ਪਰਪਸ ਵਾਸਤੇ ਯੂਜ਼ ਕੀਤਾ ਜਾਏ। ਇਹ ਮਾਮਲਾ 1987 ਦਾ ਹੈ। 1987 ਦਾ ਬਾਅਦ 'ਚ ਇਹਨਾਂ 2020 ਚ ਗੁਲਮੌਰ ਟਾਊਨਸ਼ਿਪ ਨੂੰ ਨਾ 120 ਕਰੋੜ ਦੀ ਇਹ ਜਗ੍ਹਾ ਵੇਚਤੀ ਪੰਜਾਬ ਸਰਕਾਰ ਨੇ। ਨਹੀਂ, ਇਹਨਾਂ ਦੀ ਪੰਜਾਬ ਆਨੰਦ ਲੈਂਪ ਲਿਮਟਿਡ ਹੈ ਜੀ, ਉਹਨਾਂ ਨੂੰ ਦੇਤੀ। ਉਹਨਾਂ ਨੇ ਜਿਹੜਾ ਅਲਾਟ ਹੋਈ ਇਹਨੂੰ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਇਸ ਚੀਜ਼ ਤੇ ਨੋ ਆਬਜੈਕਸ਼ਨ ਦਿੱਤਾ ਵੀ ਤੁਸੀਂ ਜਿਹੜਾ ਇੱਥੇ ਕੰਮ ਕਰੋਗੇ, ਜਿੱਦਾਂ ਪਹਿਲੇ ਲੋਟੀ ਨੂੰ ਕਿਹਾ ਗਿਆ ਸੀ ਜੀ 1987 ਵਾਲੀ ਕੰਡੀਸ਼ਨ ਤੇ ਹੀ ਕੰਮ ਕਰੋਗੇ ਜੀ ਵੀ ਇਹ ਤੇ ਇੰਡਸਟਰੀ ਦਾ ਹੀ ਕੰਮ ਹੋਊ, ਕੋਈ ਨਹੀਂ ਹੋਊ। ਇਹਨਾਂ ਨੇ ਮਗਰੋਂ ਗੁਲਮੋਹਰ ਟਾਊਨਸ਼ਿਪ ਵਾਲਿਆਂ ਨੇ ਇਹਦੀ ਵੰਡ ਕਰਨ ਵਾਸਤੇ ਵੀ ਸਾਨੂੰ 12 ਪਲਾਟਾਂ 'ਚ ਵੰਡ ਕਰਦਾ ਸੁੰਦਰ ਸ਼ਾਮ ਅਰੋੜਾ ਜੀ ਨੂੰ ਇੱਕ ਐਪਲੀਕੇਸ਼ਨ ਦੇ ਦਿੱਤੀ। ਉਹਨਾਂ ਨੇ ਕਿਹਾ ਜਾਂਦਾ ਜੋ ਵਿਜੀਲੈਂਸ ਮੁਤਾਬਕ ਜਾਂ ਪੇਪਰ ਮੁਤਾਬਕ ਆ ਵੀ ਇਹਨਾਂ ਨੇ ਮੁੱਖ ਮੰਤਰੀ ਦੀ ਮਨਜ਼ੂਰੀ ਲਿਓ ਬਿਨਾ ਕੈਬਨਿਟ ਦੀ ਮਨਜ਼ੂਰੀ ਲਿਓ ਉਹਨਾਂ ਨੂੰ ਵੰਡ ਦੀ ਇਜਾਜ਼ਤ ਦੇ ਦਿੱਤੀ 12 ਪਲਾਟਾਂ ਦੇ ਵੰਡਣ ਦੀ। ਉਹਨਾਂ ਨੇ ਕੀ ਕੀਤਾ ਮਗਰੋਂ ਤੇ ਇਸੇ ਚੀਜ਼ ਤੇ ਮਨਜ਼ੂਰੀ ਦਿੱਤੀ ਗਈ ਸੀ ਵੀ ਤੁਸੀਂ ਇੰਡਸਟਰੀ ਵਾਸਤੇ ਹੀ ਨੂੰ ਵਰਤੋਗੇ। ਉਹਨਾਂ ਮਗਰੋਂ ਰਿਕਾਰਡ ਝੇਰਾਫੇਰੀ ਕਰਕੇ ਇਹਦੇ 112 ਦੇ 125 ਪਲਾਟ ਬਣਾ ਲਏ। ਨਹੀਂ, ਇਕੱਲੇ 12 ਦੇ 125 ਬਣਾ ਲਏ। 12 ਦੇ ਨਾ 125 ਬਣਾਤੇ ਨਾ ਫਾਈਲ ਦੇ ਵਿੱਚ 12 ਜਗ੍ਹਾ 125 ਕਰਤੇ। ਹਾਂ, ਮੈਂ ਕਰੈਕਟ ਤਾਂ ਕੀਤਾ ਜੀ, ਤੁਸੀਂ ਤੁਹਾਡੇ ਕੋਲ 112 ਕਿਹਾ ਗਿਆ ਸੀ। ਗਲਤੀ ਹੋ ਗਈ। ਤੇ ਪਰ ਵਿਜੀਲੈਂਸ ਨੇ ਲਗਾ ਵੀ ਇਹਦੇ ਨਾਲ ਜਿਹੜਾ ਸਰਕਾਰ ਨੂੰ ਆ 600 ਕਰੋੜ ਦਾ ਚੂਨਾ ਲੱਗਿਆ ਵੀ ਜਿਹੜਾ ਮੰਤਰੀ ਨੇ ਆਪਣੇ ਪੱਧਰ ਤੇ ਇਹ ਸਾਰਾ ਕੰਮ ਕਰਤਾ, ਨਾ ਮੁੱਖ ਮੰਤਰੀ ਨੂੰ ਵਿਸ਼ਵਾਸ ਚ ਲਿਆ ਨਾ ਕੈਬਨਿਟ ਨੂੰ ਵਿਸ਼ਵਾਸ ਚ ਲਿਆ। ਨਹੀਂ, ਇਹ ਵੀ ਸਮਝ ਦੇਖੋ ਬੜਾ ਵੱਡਾ ਸਵਾਲ ਹੈ। ਜਦੋਂ ਇੱਕ ਪਾਰਟਿਕੂਲਰ ਚੀਜ਼ ਵਾਸਤੇ ਇੱਕ ਅਲਾਟਮੈਂਟ ਕਰ ਦਿੱਤੀ ਜਾਂਦੀ ਹੈ, ਫਿਰ ਵਿਸ਼ਵਾਸ ਚ ਲਿਆ ਜਾਂ ਨਹੀਂ ਲਿਆ, ਇਹਦਾ ਮਤਲਬ ਹੈ ਉਹ ਤਾਂ ਪਰਪਸ ਹੀ ਡਿਫੀਟ ਹੋ ਗਿਆ ਨਾ, ਜਿਸ ਕਰਕੇ ਉਹ ਲੈਂਡ ਦਿੱਤੀ ਤੇ ਇਸ ਕਰਕੇ ਗਈ ਵੀ ਇੱਥੇ ਇੰਡਸਟਰੀ ਵਧੇ, ਲੋਕਾਂ ਨੂੰ ਰੋਜ਼ਗਾਰ ਮਿਲੇ। ਪਰ ਇਹ ਤੇ ਆਪ ਹੀ ਇਹ ਮਗਰੋਂ ਉਹਨਾਂ ਟਾਊਨਸ਼ਿਪ ਵਾਲਿਆਂ ਨੂੰ ਦੇਤੀ ਤੇ ਤੁਸੀਂ ਵੇਖ ਲਓ ਵੀ ਕਿੰਨੀ ਮਹਿੰਗੀ ਜ਼ਮੀਨ ਸੀ ਤੇ ਕਿੰਨੇ ਪੈਸੇ ਉਹਨਾਂ ਕਮਾਏ ਤੇ ਕਿੰਨਾ ਸਰਕਾਰ ਦੇ ਚੂਨਾ ਲੱਗਾ। ਇਹਦੀ ਇਹ ਜਾਂਚ ਚੱਲ ਰਹੀ, ਇਹਨਾਂ ਦੀ ਪਹਿਲਾਂ ਵੀ ਜਾਂਚ ਚੱਲ ਰਹੀ ਹੈ ਆਮਦਨ ਨਾਲ ਜ਼ਿਆਦਾ ਪ੍ਰਾਪਰਟੀ ਬਣਾਉਣ ਦੀ, ਉਹ ਵੀ ਜਾਂਚ ਚੱਲ ਰਹੀ ਇਹਨਾਂ ਦੀ। ਅੱਛਾ, ਦੇਖੋ ਜਾਂਚ ਕਦੋਂ ਪੂਰੀ ਹੋਏਗੀ ਵੈਸੇ ਤਾਂ ਸਮਾਂ ਹੀ ਦੱਸੇਗਾ, ਪਰ ਫਿਲਹਾਲ ਸਾਡੇ ਜਿਹੜੇ ਮੰਤਰੀ ਨੇ ਸਾਬਕਾ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਲਾਂ ਵੱਧ ਗਈਆਂ। ਮੁਸ਼ਕਲਾਂ ਇਹਨਾਂ ਦੀਆਂ ਵੱਧ ਗਈਆਂ, ਹੈਲਥ ਵਾਲਿਆਂ ਦੀਆਂ ਵਧੀਆ ਤੇ ਸਿੰਚਾਈ ਵਾਲਿਆਂ ਦੀਆਂ ਵਧੀਆ ਦੀ ਹੱਥਾਂ ਤੇ ਘਟਾਲਾ। ਇੱਕ ਗੱਲ ਤੇ ਅਸੀਂ ਸੈਨੀਟਾਈਜ਼ਰ ਕਿੰਨੇ ਦਾ ਕਿੰਨੇ 'ਚ ਖਰੀਦਿਆ ਗਿਆ। ਅਸੀਂ ਇੱਕ ਗੱਲ ਨੂੰ ਤੇ ਵੈਸੇ ਹਮੇਸ਼ਾ ਭਗਵੰਤ ਮਾਨ ਮੁੱਖ ਮੰਤਰੀ ਨੇ ਜਿਹੜੇ ਸਾਡੇ ਉਹਨਾਂ ਨੂੰ ਇੱਕ ਅਸੀਂ ਵਧਾਈ ਦਿੰਦੇ ਹਾਂ ਕਿ ਪਹਿਲੇ ਘਟਾਲੇ ਜਿਹੜੇ ਦੱਬੇ ਜਾਂਦੇ ਸੀ, ਪਹਿਲੀ ਵਾਰੀ ਹੋਇਆ ਵੀ ਘਟਾਲੇ ਸਾਹਮਣੇ ਆ ਰਹੇ ਨੇ ਤੇ ਲੋਕਾਂ ਉਹਨਾਂ ਤੇ ਮੰਤਰੀਆਂ ਤੇ ਸਾਬਕਾ ਜਿਹੜੇ ਰਹਿ ਚੁੱਕੇ ਜਿਹੜੇ ਕਿ ਆਪਣੇ ਆਪ ਨੂੰ ਭਗਵਾਨ ਦਾ ਰੂਪ ਸਮਝਦੇ ਸੀ, ਭਗਵਾਨ ਦਾ ਅਵਤਾਰ ਸਮਝਦੇ ਸੀ, ਉਹਨਾਂ ਤੇ ਵੀ ਕਾਰਵਾਈ ਹੋ ਰਹੀ ਹੈ। ਪਰ ਹੁਣ ਇਹ ਕਦੋਂ ਤੱਕ ਇਹ ਹੋਏਗਾ। ਪਰ ਇਹ ਨਾਲ ਸਮਝ ਇੱਕ ਅੰਮ੍ਰਿਤਸਰ ਦੀ ਗੱਲ ਮੈਂ ਨਾਲ ਜੋੜਨਾ ਚਾਹਾਂਗਾ। ਤੁਹਾਨੂੰ ਯਾਦ ਹੋਣਾ ਇੰਪਰੂਵਮੈਂਟ ਟਰਸਟ ਦਫ਼ਤਰ ਦੇ ਨਾਲ ਹੀ ਇਸ ਤਰ੍ਹਾਂ ਇੱਕ ਲੈਂਡ ਕਮਿਊਨਿਟੀ ਹਾਲ ਵਾਸਤੇ ਦਿੱਤੀ ਗਈ ਸੀ। ਕਮਿਊਨਿਟੀ ਹਾਲ ਇੱਕ ਸਕਿੱਲ ਸੈਂਟਰ ਬਣਨਾ ਸੀ, ਉੱਥੇ ਇੱਕ ਖਾਸ ਸਮੁਦਾਇ ਦਾ ਇੱਕ ਸਕਿੱਲ ਸੈਂਟਰ ਬਣਨਾ ਸੀ। ਉੱਥੇ ਇੱਕ ਬਹੁਤ ਵੱਡੇ ਸਾਡੇ ਇੱਥੇ ਉਦਯੋਗਪਤੀ ਨੇ ਅੰਮ੍ਰਿਤਸਰ ਦੇ, ਉਹਨਾਂ ਨੇ ਉਹ ਬਿਲਡਿੰਗ ਬਣਾ ਲਈ। ਤੇ ਇਹ ਵੀ ਨਹੀਂ ਸਮਝ ਆਉਂਦੀ ਵਿਜੀਲੈਂਸ, ਮੇਰੀ ਵੀ ਇਹ ਵੀ ਬੇਨਤੀ ਆ DGP ਸਾਹਿਬ ਨੂੰ ਵਿਜੀਲੈਂਸ ਤੇ ਵੀ ਅੰਮ੍ਰਿਤਸਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਘੁਟਾਲਾ ਇੰਪਰੂਵਮੈਂਟ ਟਰਸਟ ਦੇ ਜਿਹੜੇ ਵੀ ਅਧਿਕਾਰੀ ਨੇ ਇਹਨਾਂ ਦੀਆਂ ਵੀ ਜਾਇਦਾਦਾਂ ਦੀ ਜਾਂਚ ਕਰਾਓ ਵੀ ਵੱਡੀਆਂ ਇਮਾਰਤਾਂ ਇਹਨਾਂ ਨੇ ਬਣਵਾਤੀਆਂ, ਜਿਹੜਾ ਪੈਸਾ ਸਰਕਾਰੀ ਖਜ਼ਾਨੇ 'ਚ ਆਉਣਾ ਚਾਹੀਦਾ ਉਹ ਪੈਸਾ ਇਹਨਾਂ ਦੀਆਂ ਜੇਬਾਂ 'ਚ ਗਿਆ। ਹੁਣ ਪੰਜਾਬ ਤੇ ਆਪੇ ਹੀ ਕੰਗਾਲ ਹੋਣਾ ਹੈ। 3 ਲੱਖ ਕਰੋੜ ਦਾ ਪੰਜਾਬ ਤੇ ਕਰਜ਼ਾ। ਹੁਣ ਅਗਲੀ ਅਸੀਂ ਖਬਰ ਕਰਾਂਗੇ ਇੱਕ ਹੋਰ ਅਧਿਕਾਰੀ ਜਿਹੜੇ ਹੈ ਉਹ ਵੀ ਵਿਜੀਲੈਂਸ ਵੱਲੋਂ ਫੜ ਲਏ ਗਏ ਨੇ, ਐਗਜ਼ੀਕਿਊਟਿਵ ਅਧਿਕਾਰੀ, ਇਹਨਾਂ ਦਾ ਨਾਂ ਹੈ ਗਰੀਸ਼ ਵਰਮਾ। ਹੁਣ ਸਵਾਲ ਇਹ ਵੀ ਬੜਾ ਵੱਡਾ ਵੀ ਇੱਕ ਅਧਿਕਾਰੀ ਦੀ ਇਨਕਮ ਤਾਂ ਇੱਕ ਲਿਮਿਟਡ ਹੁੰਦੀ ਹੈ, ਪਰ ਇਹ 10-12 ਕਮਰਸ਼ੀਅਲ ਪ੍ਰਾਪਰਟੀਆਂ ਖਰੀਦ ਲੈਂਦੇ ਨੇ। ਸ਼ਮਾ ਜੀ ਇਹ ਵੀ ਥੋੜਾ ਦੱਸਣਾ। ਇਹ ਗਰੀਸ਼ ਵਰਮਾ ਜੀ ਇਸ ਟਾਈਮ ਭਿੱਖੀਵਿੰਡ ਨਗਰ ਕੌਂਸਲ ਜੀ ਉਹ ਲੱਗੇ ਆ ਜੀ। ਇਸ ਤੋਂ ਪਹਿਲਾਂ ਮੁਹਾਲੀ ਤੇ ਜੀਰਕਪੁਰ ਇਹ ਕੰਮ ਕਰ ਚੁੱਕੇ ਆ ਜੀ। ਇਹਨਾਂ ਤੇ ਰੋਪ ਆ ਵੀ ਇਹਨਾਂ ਨੇ ਆਪਣੀ ਜਾਇਦਾਦ ਨਾਲ ਵੱਧ ਜੀ ਆਮਦਨੀ ਨਾਲ ਵੱਧ ਜਾਇਦਾਦ ਬਣਾਈ, ਸਰੋਤਾਂ ਦਾ ਉਹ ਮਤਲਬ ਰਿਸ਼ਵਤ ਲੈ ਲੂਗੇ ਜੀ। ਇਹਨਾਂ ਨੇ 88.90% ਅਧਿਕ ਆਏ ਇਹਨਾਂ ਦੀ ਜ਼ਿਆਦਾ ਜਿਹੜੀ ਆਏ ਸ਼ੋ ਹੁੰਦੀ ਹੈ ਜਿੰਨੀ ਇਹਨਾਂ ਨੂੰ ਮਿਲੀ ਮਿਲੀ ਆ। ਜੀ। ਇਹਨਾਂ ਨੇ ਆਂਦੇ ਵੀ ਜਿਹੜਾ ਆਪਣੇ ਨਾਂ ਤੇ 100 ਗੁਣਾ ਕਰੀਬ ਘੱਟੋ-ਘੱਟ ਵੀ ਜੇ ਲੱਖ ਰੁਪਇਆ ਇਹਨਾਂ ਦੀ ਇਨਕਮ ਆ ਤੇ 100 ਗੁਣਾ ਮਤਲਬ ਇਹਨਾਂ ਨੇ ਕਰੋੜ ਰੁਪਇਆ ਕਰ ਲਿਆ। ਉਹਨੂੰ ਇਹਨਾਂ ਆਪਣੇ ਨਾਂ ਤੇ 10 ਜਾਇਦਾਦਾਂ ਲਈਆਂ ਜੀ। ਆਪਣੀ ਪਤਨੀ ਤੇ ਸੰਗੀਤਾ ਵਰਮਾ ਤੇ ਬੇਟੇ ਵਿਕਾਸ ਵਰਮਾ ਦੇ ਨਾਂ ਤੇ 12 ਪ੍ਰਾਪਰਟੀਆਂ ਲਈਆਂ ਜੀ। ਆਂਦੇ ਜੀ ਮੋਹਾਲੀ ਚ ਪੰਚਕੂਲੇ 'ਚ ਜੀ ਇਹਨਾਂ ਦੀ ਬੜੀ ਕਮਰਸ਼ੀਅਲ ਪ੍ਰਾਪਰਟੀ ਆ ਤੇ ਰਿਹਾਇਸ਼ ਵੀ ਉੱਥੇ ਆ।
ਜੀਰਕਪੁਰ 'ਚ ਇਹਨਾਂ ਕਮਰਸ਼ੀਅਲ ਪ੍ਰਾਪਰਟੀਆਂ ਲਈਆਂ ਜੀ, ਲੁਧਿਆਣੇ 'ਚ ਚੋੜਾ ਬਾਜ਼ਾਰ 'ਚ ਪ੍ਰਾਪਰਟੀਆਂ ਲਈਆਂ, ਬੜੇ ਸ਼ੋਰੂਮ ਤੇ ਕੋਠੀਆਂ, ਕਾਂਸਲ 'ਚ ਪਲਾਟ ਲਏ ਆ 19 ਕਨਾਲ ਤੇ 16 ਮਰਲੇ ਜ਼ਮੀਨ ਖਰੜ 'ਚ ਹੈਗੀ ਇਹਨਾਂ ਦੀ। ਖਰੜ 'ਚ ਵੀ 76 ਲੱਖ ਰੁਪਏ ਇਨਵੈਸਟ ਕੀਤਾ। ਮਤਲਬ ਇਹਨਾਂ ਨੇ ਬਹੁਤ ਪ੍ਰਾਪਰਟੀ ਬਣਾਈ ਆ। ਤੇ ਇਹ ਵੇਖੋ ਵੀ ਇੱਕ ਅਧਿਕਾਰੀ ਜਿਹਦੀ ਲਿਮਟਿਡ ਤਨਖਾਹ ਵਾ ਜਾਂ ਇਨਕਮ ਆ ਤੇ ਉਹ ਕਿੰਨੀ ਜਾਇਦਾਦ ਬਣਾ ਰਿਹਾ। ਲੜੀ ਲੋਟਕ ਸੁੱਟ ਭੰਡਾਰੀ ਸਾਹਿਬ ਦੀ ਠੀਕ ਕਹੀ ਆ, ਇੰਪਰੂਵਮੈਂਟ ਟਰਸਟ ਤੇ ਨਗਰ ਨਿਗਮ ਇਹਨਾਂ 'ਚੋਂ ਨਿਰੀ ਲੋਟਕ ਸੁੱਟ ਆ। ਇਹਨਾਂ ਦੇ ਵਾਕਈ ਅਧਿਕਾਰੀਆਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਹੋਣੀ ਚਾਹੀਦੀ। ਜਿਹੜੀ ਤੁਸੀਂ ਗੱਲ ਕਹੀ ਜੇ ਤੇ ਵਾਕਈ ਭਗਵੰਤ ਮਾਨ ਜੀ ਵਧਾਈ ਦੇ ਪਾਤਰ ਆ ਵੀ ਇਹਨਾਂ ਚੋਰਾਂ ਨੂੰ ਨਕੇਲ ਪਾਉਣ ਦੇ ਕਿਸੇ ਨੇ ਪਾਈ ਨਹੀਂ। ਅੱਜ ਤੱਕ ਸਾਰੇ ਰਲੇ ਹੀ ਕਿਉਂ ਉਹਨਾਂ ਨੂੰ ਪਤਾ ਇੱਕ ਵਾਰੀ ਮੈਂ ਚੋਰੀ ਕਰਨੀ, ਇੱਕ ਵਾਰੀ ਦੂਜੀ ਸਰਕਾਰ ਨੇ ਕਰਨੀ ਆ। ਤਾਈਓ ਲੋਕਾਂ ਨੇ ਅੱਕ ਕੇ ਇਹਨਾਂ ਨੂੰ ਦਿੱਤਾ ਨਾ ਆਪ ਵਾਲਿਆਂ ਨੂੰ। ਤੇ ਇਹਨਾਂ ਨੂੰ ਚਾਹੀਦਾ ਵੀ ਬਾਕੀ ਚੋਰਾਂ ਨੂੰ ਵੀ ਫੜ ਲੈਣ। ਹੁਣ ਜਿਹੜੇ ਕੰਪਨੀਆਂ ਦੇ ਪੈਸੇ ਕੱਢੇ ਕਰਦੇ ਰਹੇ, ਜਿਨ੍ਹਾਂ ਨੇ ਜਿਹੜੀਆਂ ਜਾਂ ਗਗਨ ਚੁੰਬੀ ਇਮਾਰਤਾਂ ਬਣਵਾਤੀਆਂ ਇੰਪਰੂਵਮੈਂਟ ਦਫ਼ਤਰ ਦੇ ਲਾਗੇ ਤੇ ਸੁੱਤੇ ਰੁਪਏ ਐਸਸੀ ਤੇ ਐਕਸੀਅਨ, ਇਹਨਾਂ ਨੂੰ ਵੀ ਡਿਸਮਿਸ ਕਰਨਾ ਚਾਹੀਦਾ। ਨਹੀਂ ਰਹਿੰਦੇ ਸ਼ਰਮਾ ਜੀ, ਉਹ ਨੋਟਿਸ ਦਿੰਦੇ ਆ, ਇੱਕ ਨੋਟਿਸ ਭੇਜਣ ਦਾ ਉਹ ਨਾਲ ਬੜਾ ਉਹਦਾ ਨਜ਼ਰਾਨਾ ਵਸੂਲ ਕਰਦੇ ਆ। ਉਹ ਜਿਹੜਾ ਨੋਟਿਸ ਭੇਜਦਾ ਜਿੱਦਾਂ ਦੀ ਵਧਾਈ ਸਾਹਿਬ ਦੱਸਿਆ ਬਾਂਸਲ ਸਵੀਟ ਵਾਲਿਆਂ ਦੇ ਢਾਂ ਦੇ ਆਰਡਰ ਹੋਏ ਆ, ਇਹਨਾਂ ਦਾ ਕੰਧ ਨਾਲ ਕੰਧ ਸਾਂਝੀ ਆ, ਅਜੇ ਤੱਕ ਢਾਹ ਨਹੀਂ ਸਕੇ। ਇਹ ਨਾ ਹਾਈ ਕੋਰਟ ਦੇ ਆਰਡਰ ਨੂੰ ਮੰਨਦੇ। ਇਹਨੂੰ ਦੂਜਾ ਬੰਦਾ ਕੋਈ ਨਹੀਂ ਪਟਣ ਲੱਗੇ ਤੇ ਉਹਦੇ ਏਟ ਨਹੀਂ ਰੱਖਣ ਦਿੰਦੇ। ਉਹਨਾਂ ਦੇ ਸਾਨੂੰ ਰਿਸ਼ਵਤ ਦਿਓ। ਇਹ ਕੁਛ ਨਹੀਂ ਸਮਝਦੇ ਸ਼ਰਮਾ ਜੀ ਹਾਈ ਕੋਰਟ ਨੂੰ। ਸਭ ਤੋਂ ਵੱਡੀ ਇਹ ਵੀ ਸਵਾਲ ਹੈ ਵੀ ਆਖਿਰਕਾਰ ਸਾਡੇ ਲੀਡਰ ਚਾਹੁੰਦੇ ਕੀ ਨੇ। ਵੀ ਵੈਸੇ ਨਾ ਸ਼ਰਮਾ ਜੀ ਸੈਂਟਰ ਗਵਰਨਮੈਂਟ ਨੂੰ ਇੱਕ ਕਾਨੂੰਨ ਬਣਾ ਦੇਣਾ ਚਾਹੀਦਾ ਵੀ ਇਹਨਾਂ ਲੀਡਰਾਂ ਨੂੰ ਚੋਰੀ ਕਰਨ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਹੈ ਵੀ ਤੁਸੀਂ 100 ਕਰੋੜ ਜਾਂ 500 ਕਰੋੜ ਇੱਕ ਲਿਮਿਟ ਇਹਨਾਂ ਦੀ ਤੈਅ ਕਰ ਦੇਣੀ ਚਾਹੀਦੀ ਹੈ ਵੀ ਤੁਸੀਂ ਇਕੱਠੇ ਕਰੋ, ਕਿਉਂਕਿ ਇਕੱਠੇ ਕਰਨਾ ਉਹਨਾਂ ਨੇ ਮੁੜਨਾ ਨਹੀਂ। ਪਰ ਜੇ 500 ਕਰੋੜ ਤੋਂ 1 ਕਰੋੜ ਵੱਧ ਹੋ ਗਿਆ ਨਾ ਤੁਹਾਡੇ ਕੋਲ, ਤਾਂ ਤੁਹਾਡੀ ਸਾਰੀ ਪ੍ਰਾਪਰਟੀ ਜਿਹੜੀ ਉਹ ਜ਼ਬਤ ਹੋ ਜਾਊਗੀ। ਇਹ ਵੀ ਲੀਡਰਾਂ ਦੇ ਰਾਹ ਤੇ ਚੱਲ ਪਏ ਜੀ। ਹੁਣ ਉਹ ਆਂਦੇ ਵੀ ਲੀਡਰ ਸਾਡੇ ਇੰਨੇ ਕਮਾਂਡ ਦੇ, ਉਹਨਾਂ ਨੂੰ ਇਹ ਸੋਨੇ ਦੇ ਸਿੱਕੇ ਲੈ ਦੇਣ ਦੇ 50-50 ਗ੍ਰਾਮ ਦੇ ਤੇ ਆਪਣੇ ਵਾਸਤੇ 5 ਗ੍ਰਾਮ ਦੇ। ਮੈਂ ਇੱਕ ਵਾਰੀ ਆਏ ਸੀਗੇ ਆਪਣੇ ਮਾਨਯੋਗ ਗਵਰਨਰ ਸਾਹਿਬ ਯੂਨੀਵਰਸਿਟੀ ਤੇ ਉਹਨਾਂ ਦਾ ਭਾਸ਼ਣ ਸੁਣਿਆ ਸੀਗਾ ਆਪਣੇ ਪ੍ਰੋਹਿਤ BL ਪ੍ਰੋਹਿਤ। ਉਹ ਕਹਿੰਦੇ ਬਾਬਾ ਸਾਹਿਬ ਅੰਬੇਦਕਰ ਨੇ ਤੇ ਬੜਾ ਵਧੀਆ ਸੰਵਿਧਾਨ ਰਚਿਆ ਸੀ। ਉਹਨਾਂ 2-ਵੇ ਸਿਸਟਮ ਬਣਾਇਆ ਸੀ ਵੀ ਅਧਿਕਾਰੀ ਦੇ ਉੱਪਰ ਇੱਕ ਮੰਤਰੀ ਬਿਠਾਤਾ ਤੇ ਜੇ ਅਧਿਕਾਰੀ ਗਲਤ ਕਰੇਗਾ ਤੇ ਉਹਨੂੰ ਮੰਤਰੀ ਫੜ ਲਏਗਾ, ਤੇ ਜੇ ਮੰਤਰੀ ਗਲਤ ਕਰੇਗਾ ਤੇ ਉਹਨੂੰ ਅਧਿਕਾਰੀ ਫੜ ਲੂਗਾ। ਪਰ ਕਹਿੰਦੇ ਉਹ ਇਹ ਭੁੱਲ ਗਏ ਵੀ ਜੇ ਦੋਵੇਂ ਚੋਰ ਹੋ ਗਏ, ਦੋਵੇਂ ਰਲ ਗਏ ਤੇ ਇਹ ਕਹਿੰਦੇ ਉਹ ਕਰਨ ਵਾਲਾ ਭੁੱਲ ਗਏ। ਨਹੀਂ ਤੇ ਉਹਨਾਂ ਨੇ ਐਟਮ ਰਲ ਗਏ ਜੀ। ਤੁਹਾਨੂੰ ਕਟਾਰੂ ਚਾਹ ਕਣਾ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਮੈਨੂੰ ਸੋਨੇ ਦੀਆਂ ਇੱਟਾਂ ਤੇ ਰਿਸ਼ਵਤ ਆਫਰ ਹੋਈ ਆ ਇੱਕ ਅਧਿਕਾਰੀ ਵੱਲੋਂ, ਪਰ ਨਾਂ ਨਹੀਂ ਲਿਆਂਦਾ। ਇਹ ਤੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਵੀ ਆਦੇਸ਼ ਦੇਣ ਉਹਨਾਂ ਨੂੰ ਵੀ ਨਾਂ ਤੇ ਦੱਸਣ ਪਬਲਿਕਲੀ ਵੀ ਕਿਹੜਾ ਹੈਗਾ ਇਹ ਅਧਿਕਾਰੀ। ਉਹ ਅੱਛਾ ਜੀ ਇੱਕ ਸਮਾਜਿਕ ਸੁਰੱਖਿਆ ਵਿਭਾਗ ਉਹਦੇ 'ਚ ਵੀ ਘੁਟਾਲਾ ਹੋ ਗਿਆ। ਦੇਖੋ ਸਾਡੇ ਕਿੰਨੇ ਐਫੀਸ਼ੀਐਂਟ ਕਿੰਨੇ ਨੇ ਅਧਿਕਾਰੀ ਸਾਡੇ, ਵੀ ਜਿਹੜੇ ਬੰਦੇ ਜੀਂਦੇ ਆ ਉਹਨਾਂ ਨੂੰ ਤਾਂ ਲੈਣਾ ਤੇ ਖਿਲਾਰ ਛੱਡਦੇ ਆ ਤੇ ਜਿਹੜੇ ਮਰੇ ਉਹਨਾਂ ਨੂੰ ਪੈਨਸ਼ਨਾਂ ਦੇਤੀਆਂ ਇਹਨਾਂ ਨੇ। ਇਹ ਸਭ ਲੀਡਰਾਂ ਸਰਪੰਚਾਂ ਦੀਆਂ, ਪੰਚਾਂ ਦੀਆਂ, ਕੌਂਸਲਾਂ ਦੀਆਂ ਮਿਹਰਬਾਨੀਆਂ। ਇਹ ਆਪਣੇ ਝੇਤੀਆਂ ਦੇ ਲਵਾਈ ਜਾਂਦੇ ਆ। ਜਿਹੜਾ ਮਰ ਗਿਆ ਦੀ ਕਟਾਉਂਦੇ ਨਹੀਂ, ਮਗਰ ਇਹਨੇ ਜ਼ਿੰਮੇਵਾਰੀ ਤਾਂ ਬਣ ਗਈ ਨਾ। ਇਹ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਨੇ ਇੱਕ ਸਰਵੇ ਕਰਾਇਆ ਜੀ। 30 ਲੱਖ ਤੋਂ ਵੱਧ ਬੰਦਿਆਂ ਦਾ ਘਰਾਂ ਦੀ ਜਾਂਚ ਕਰਾਈ ਗਈ। ਉਹ ਨਿਕਲਿਆ ਵੀ 90,000 ਤੇ 428 ਪੈਨਸ਼ਨਾਂ ਜਿਹੜੀਆਂ ਉਹ ਗਲਤੀ ਜਾ ਰਹੀਆਂ। ਬੰਦੇ ਮਰੀ ਗਏ ਹੋਏ ਵਿੱਚ ਜੀ ਤੇ ਉਹਨਾਂ ਨੂੰ ਮਰਿਆ ਬੰਦਿਆਂ ਨੂੰ ਪੈਨਸ਼ਨ ਦਿੱਤੀਆਂ ਜਾ ਰਹੀਆਂ ਜੀ। ਉਹਨਾਂ ਕਿਹਾ ਵੀ ਉਹਨੇ ਪੈਨਸ਼ਨਾਂ ਦੀ ਰਿਕਵਰੀ ਕਰਾਈ ਜਾਵੇ। ਤੇ ਇਹਨਾਂ ਦੱਸਿਆ ਵੀ 80,000 ਤੇ 910 ਬਜ਼ੁਰਗ ਆ ਜਿਹੜੇ ਮਰ ਗਏ ਆ ਜੀ, ਮੌਤ ਹੋ ਚੁੱਕੀ ਆ, ਪੈਨਸ਼ਨਾਂ ਜਾਈ ਜਾ ਰਹੀਆਂ। ਇਦਾਂ ਉਹਨਾਂ ਦੱਸਿਆ ਵੀ ਕੁਝ ਬੱਚੇ ਆ ਜਿਹੜੇ ਅਪੰਗ ਹੀ ਵਿਕਲਾਂਗ ਹੀ ਉਹ ਵੀ ਮਰ ਚੁੱਕੇ ਆ, ਉਹਨਾਂ ਨੂੰ ਪੈਨਸ਼ਨਾਂ ਮਿਲ ਰਹੀਆਂ। ਕੁਝ ਬੱਚੇ ਜਿਹੜੇ ਆ ਜਿਨ੍ਹਾਂ ਦੇ ਮਾਂ-ਪਿਓ ਨਹੀਂ ਆਸ਼ਰਿਤ ਸੀ ਦੂਜਿਆਂ ਉੱਤੇ ਜੀ, ਉਹਨਾਂ ਨੂੰ ਪੈਨਸ਼ਨ ਦਿੱਤੀਆਂ ਜਾ ਰਹੀਆਂ। 21 ਸਾਲ ਦੇ ਹੋ ਗਏ ਪੈਨਸ਼ਨਾਂ ਬੰਦੀ ਨਹੀਂ ਹੋਈਆਂ। ਕੁਝ ਜਿਹੜੀਆਂ ਔਰਤਾਂ ਵਿਧਵਾ ਹੋ ਗਈਆਂ ਸੀ ਉਹਨਾਂ 'ਚੋਂ ਕਈ ਮਰ ਚੁੱਕੀਆਂ ਤੇ ਕਈਆਂ ਨੇ ਆਪਣੇ ਦੂਜੇ ਵਿਆਹ ਕਰਾ ਲਿਆ, ਪਰ ਪੈਨਸ਼ਨ ਵਿਧਵਾ ਦੀ ਲਈ ਜਾਂਦੀਆਂ। ਉਹ ਕੰਮ ਬੰਦ ਹੀ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਜਦੋਂ ਜਾਂਚ ਕੀਤੀ 30,46,829 ਘਰਾਂ ਦੀ ਜਾਂਚ ਕੀਤੀ ਜੀ ਪੈਨਸ਼ਨ ਲੈਣ ਵਾਲਿਆਂ ਦੀ, ਤੇ ਉਹ 'ਚ ਸਾਰਾ ਘਟਾਲਾ ਸਾਹਮਣੇ ਆਇਆ। ਹੁਣ ਸਰਕਾਰ ਨੇ ਕਿਹਾ ਵੀ ਇਹਦੀ ਰਿਕਵਰੀ ਕੀਤੀ ਜਾਵੇ, ਪਰ ਦੱਸਣ ਦੀ ਗੱਲ ਆ ਵੀ 70,000 ਪਿਛਲੇ ਸਾਲ ਵੀ ਕੇਸ ਨਿਕਲੇ ਸੀ ਜਿਹੜੇ ਇਦਾਂ ਦੇ ਹੀ ਹੈਗੇ ਕੇਸ ਸੀ, ਪਰ ਉਹਦੀ ਅਜੇ ਤੱਕ ਰਿਕਵਰੀ ਹੋਈ ਨਹੀਂ। ਉਹਦੀ ਇਸ ਤਰ੍ਹਾਂ ਨਾ ਜੀ ਨੋਟਿਸ ਇਸ਼ੂ ਹੁੰਦੇ ਆ ਰਿਕਵਰੀ ਵਾਸਤੇ, ਪਰ ਲੀਡਰ ਫੋਨ ਕਰ ਦਿੰਦੇ ਉਹ ਮੇਰੀਆਂ 4 ਵੋਟਾਂ ਖਰਾਬ ਹੋ ਗਈਆਂ ਇਸ ਕਰਕੇ ਰਿਕਵਰੀ। ਅਧਿਕਾਰੀਆਂ ਨੂੰ ਵੀ ਹੁਣ ਲੀਡਰ ਦੀ ਗੱਲ ਸੁਣਦੇ ਨੇ, ਜਦ ਕਿ ਅਧਿਕਾਰੀ ਸ਼ਾਇਦ ਇਹ ਭੁੱਲ ਗਏ ਨੇ ਇਹ ਪਬਲਿਕ ਸਰਵੈਂਟ ਕਹੇ ਜਾਂਦੇ, ਇਹ ਜਨਤਾ ਦੇ ਸੇਵਕ ਕਹੇ ਜਾਂਦੇ ਨੇ, ਪਰ ਇਹ ਤਾਂ ਰੱਬ ਬਣ ਗਏ। ਇਹ ਰੱਬ ਜੀ ਦਫ਼ਤਰਾਂ 'ਚ ਬਹਿੰਦੇ ਨਹੀਂ ਭੰਡਾਰੀ ਸਾਹਿਬ, ਤੇ ਕਿਸੇ ਦਾ ਦਫ਼ਤਰ 'ਚ ਮਿਲਣ ਜਾਂਦਾ ਅੰਦਰ ਗੱਪਾਂ ਮਾਰਨ ਦੇ ਹੁੰਦੇ, ਬਾਹਰ ਗਏ ਹੁੰਦੇ ਮੀਟਿੰਗ ਚੱਲਣ ਦੀ ਆ, ਕੰਮ ਕਿਸੇ ਦਾ ਕਰਦੇ ਨਹੀਂ। ਬੰਦੇ ਨੂੰ ਤੰਗ ਹੋ ਕੇ ਰਿਸ਼ਵਤ ਦੇਣੀ ਪੈਂਦੀ ਆ। ਸਿਸਟਮ ਇਦਾਂ ਦਾ ਕ੍ਰੀਏਟ ਕਰ ਦਿੰਦੇ ਕਰ ਦਿੰਦੇ ਆ ਵੀ ਇਹ ਰੱਬ ਬਣੇ ਆ, ਦਰਸ਼ਨ ਨਹੀਂ ਦਿੰਦੇ ਆਪਣੇ ਕਿਸੇ ਨੂੰ। 2 ਘੰਟੇ ਦਫ਼ਤਰ ਆਉਂਦੇ ਆ, ਜ਼ਿਆਦਾ ਆਉਂਦੇ ਨਹੀਂ। ਕਿ ਜੀ ਤੁਸੀਂ ਹੈਲਥ ਡਿਪਾਰਟਮੈਂਟ 'ਚੋਂ ਰਿਟਾਇਰ ਹੋਏ ਹੋ,
ਕੀ ਕਾਰਨ ਹੈ? ਇਹ ਸਰਕਾਰ ਦਾ ਹੈਲਥ ਡਿਪਾਰਟਮੈਂਟ ਜਿਹੜਾ ਨਾ ਉਹ ਸਰਕਾਰ ਦਾ ਪਿੱਛਾ ਨਹੀਂ ਛੱਡ ਰਿਹਾ। ਹੁਣ ਜਿਹੜੇ ਆਪਣੇ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੇ ਜਿਹੜੇ ਕਿ ਕਾਰਡੀਓਲੋਜਿਸਟ ਦੱਸੇ ਜਾਂਦੇ ਨੇ, ਉਹਨਾਂ ਦਾ ਨਾਮ ਪਹਿਲੇ ਭੇਜਿਆ ਜਾਂਦਾ ਬਾਬਾ ਫਰੀਦ ਯੂਨੀਵਰਸਿਟੀ ਵਾਈਸ ਚਾਂਸਲਰ ਦੇ ਵਾਸਤੇ। ਹੁਣ ਉਹਨਾਂ ਨੇ ਸਰਕਾਰ ਨੂੰ ਚਿੱਠੀ ਲਿਖਤੀ ਵੀ ਜਿਹੜਾ ਤੁਸੀਂ ਡਾਕਟਰ ਜਿਹੜਾ ਪੈਨਲ ਭੇਜਣਾ ਨਾ ਮਾਨਯੋਗ ਗਵਰਨਰ ਸਾਹਿਬ ਨੂੰ 3 ਬੰਦਿਆਂ ਦਾ, ਮੇਰਾ ਉਹ 'ਚ ਨਾਂ ਨਾ ਭੇਜਿਓ। ਮਤਲਬ ਇਹ ਕੀ ਹੈ ਵੀ ਪਹਿਲੇ ਵਿਜੇ ਸਿੰਗਲਾ, ਫਿਰ ਵੇਖੋ ਜੀ ਹੈਲਥ ਡਿਪਾਰਟਮੈਂਟ ਦੇ ਭੰਡਾਰੀ ਸਾਹਿਬ ਕੋਈ ਕਰੋਪੀ ਆਈ ਆ। ਪਹਿਲਾਂ ਵੇਖੋ ਵਿਜੇ ਸਿੰਗਲਾ ਜੀ ਨੂੰ ਸਰਕਾਰ ਨੇ ਆਪ ਹੀ ਫੜ ਲਿਆ, ਮੁੱਖ ਮੰਤਰੀ ਸਾਹਿਬ ਨੇ ਵੀ 1% ਕਮਿਸ਼ਨ ਮੰਗਦੇ ਆ ਜੀ। ਉਸ ਤੋਂ ਬਾਅਦ ਆਪਣੇ ਜੋੜਾਮਾਜਰਾ ਸਾਹਿਬ ਆ ਗਏ ਤੇ ਇਹਨਾਂ ਆ ਕੇ ਵੀਸੀ ਰਾਜ ਬਹਾਦਰ ਜੀ ਨੇ ਪੰਗਾ ਪਾ ਲਿਆ, ਉਹਨਾਂ ਨੂੰ ਗੱਦੇ ਤੇ ਲਟਾਤਾ ਜੀ। ਉਹ ਵੀ ਰਿਨੋਡ ਨਿਊਰੋ ਸਰਜਨ ਸੀ ਤੇ ਉਹ ਰਿਜ਼ਾਈਨ ਕਰ ਗਿਆ ਆਪਣਾ। 2 ਮਹੀਨੇ ਤੋਂ ਵੀਸੀ ਕੋਈ ਨਹੀਂ ਹੈਗਾ ਉੱਥੇ। ਜੀ ਜੀ। ਹੁਣ ਸਰਕਾਰ ਆਈ ਤੇ ਇਹਨਾਂ ਨੇ ਡਾਕਟਰ ਗੁਰਪ੍ਰੀਤ ਵਾਂਟਰ ਦਾ ਨਾਂ, ਜਿਹੜੇ ਵਾਈਸ ਪ੍ਰਿੰਸੀਪਲ ਦਯਾਨੰਦ ਮੈਡੀਕਲ ਕਾਲਜ ਦੇ ਰਿਨੋਡ ਕਾਰਡੀਓਲੋਜਿਸਟ ਹੈਗੇ ਆ, ਇਹਨਾਂ ਦਾ ਨਾਂ ਭੇਜਤਾ ਵੀਸੀ ਵਾਸਤੇ। ਹੁਣ ਮਾਨਨੀय ਗਵਰਨਰ ਬਨਵਾਰੀ ਲਾਲ ਪ੍ਰੋਹਿਤ ਜੀ ਨੇ ਕਿਹਾ ਵੀ ਤੁਸੀਂ 3 ਨਾਂ ਭੇਜਣੇ ਸੀ, 1 ਨਾਂ ਕਿਉਂ ਭੇਜਿਆ ਜੀ? 3 ਨਾਂ ਭੇਜੋ ਮੈਨੂੰ। ਮੈਂ ਨਹੀਂ ਇਹਨਾਂ ਗੱਲ ਨੂੰ ਮੰਨਦਾ, ਉਹਨਾਂ ਫਾਈਲ ਵਾਪਸ ਮੋੜਤੀ। ਇਹ ਭਗਵੰਤ ਮਾਨ ਉਹਨਾਂ ਨੇ ਆਪ ਨਾਂ ਰਿਕਮੈਂਡ ਕੀਤਾ ਸੀ ਇਹਨਾਂ ਦਾ ਜੀ ਵੀ ਵਾਕਈ ਗੱਲ ਤੇ ਠੀਕ ਹੀ, ਰਿਨੋਡ ਹੈਗੇ ਕਾਰਡੀਓਲੋਜਿਸਟ, ਉੱਥੇ ਪੜ੍ਹਾਈ ਵਾਸਤੇ ਵੀ ਵਧੀਆ, ਮਰੀਜ਼ਾਂ ਵਾਸਤੇ ਵੀ ਵਧੀਆ ਹੈਗਾ ਆ, ਹਰ ਬੰਨਿਓਂ ਵਧੀਆ ਹੀ ਕੰਮ ਇਹਨਾਂ ਦਾ। ਪਰ ਗਵਰਨਰ ਸਾਹਿਬ ਨੇ, ਮਾਨਯੋਗ ਗਵਰਨਰ ਸਾਹਿਬ ਨੇ ਇਹਨੂੰ ਵਾਪਸ ਭੇਜਤਾ। ਉਹਨੇ ਜਦੋਂ ਉਹਨਾਂ ਨੇ ਕਿਹਾ 3 ਨਾਂ ਭੇਜੋ ਤੇ ਡਾਕਟਰ ਗੁਰਪ੍ਰੀਤ ਵਾਂਡਰ ਸਾਹਿਬ ਨੇ ਕਿਹਾ ਵੀ ਮੈਂ ਇਹ ਕੰਮ 'ਚ ਕੀ ਲੈਣਾ। ਉਹਨਾਂ ਨੇ ਕਿਹਾ ਵੀ ਮੇਰਾ ਨਾਂ ਨਾ ਭੇਜੋ, ਮੈਂ ਆਪਣਾ ਨਾਂ ਵਾਪਸ ਲੈਂਦਾ ਜੇ। ਮਤਲਬ ਉਹ ਆਪਣੀ ਸ਼ਾਂਤੀ ਕਹਿੰਦੇ, ਮੈਂ ਮਾਨਸਿਕ ਸ਼ਾਂਤੀ ਨਹੀਂ ਖਰਾਬ ਕਰਨੀ ਆਪਣੀ। ਦੇਖੋ ਜੀ, ਸਰਕਾਰ ਤੇ ਗਵਰਨਰ ਦੀ ਲੜਾਈ 'ਚ ਉਹਨਾਂ ਲੈਣਾ ਕੀ ਆ? ਇੱਕ ਵਧੀਆ ਥਾਂ ਤੇ ਵਾਈਸ ਪ੍ਰਿੰਸੀਪਲ ਲੱਗੇ ਦਯਾਨੰਦ ਮੈਡੀਕਲ ਕਾਲਜ ਦੇ ਵਿੱਚ, ਕਾਰਡੀਓਲੋਜਿਸਟ ਹੈਗੇ, ਰਿਨੋਨਡ ਹੈਗੇ, ਵਧੀਆ ਕੰਮ ਕਰ ਰਹੇ ਆ। ਉਹਨਾਂ ਲੜਾਈ 'ਚ ਉਹਨੇ ਕਿਹਾ ਮਤਲਬ ਹੈਲਥ ਡਿਪਾਰਟਮੈਂਟ ਦਾ ਆ, ਕੋਈ ਨਾ ਕੋਈ ਗੱਲ ਹੋਈ ਰਹਿੰਦੀ, ਕਲੇਸ਼ ਪਿਆ ਰਹਿੰਦਾ, ਕਲੇਸ਼ ਪਿੱਛਾ ਨਹੀਂ ਛੱਡਣ ਦੇ ਹੈਲਥ ਡਿਪਾਰਟਮੈਂਟ ਦਾ। ਦੇਖੋ ਨਾ ਹੈਲਥ ਨੂੰ, ਸਰਕਾਰ ਹੈਲਥ ਨੂੰ ਤੇ ਐਜੂਕੇਸ਼ਨ ਨੂੰ 1 ਨੰਬਰ 'ਤੇ ਕਰਨਾ ਚਾਹੁੰਦੀ ਆ। ਸਰਕਾਰ ਕੋਸ਼ਿਸ਼ ਤੇ ਕਰ ਰਹੀ ਆ ਪਰ ਅਜੇ ਕਾਮਯਾਬ ਨਹੀਂ ਹੋ ਰਹੀ। ਆ ਦੇਖੋ ਨਾ, ਇਹਨਾਂ ਦਾ ਗਵਰਨਰ ਸਾਹਿਬ ਨਾਲ ਜੇ ਕਹੀਏ ਅਸੀਂ ਪੰਜਾਬੀ 'ਚ ਵੀ ਪੇਚਾ ਆਪਣੇ ਮੁੱਖ ਮੰਤਰੀ ਸਾਹਿਬ ਉਦੋਂ ਪਿਆ ਸੀ ਜਦੋਂ ਉਹਨਾਂ ਨੇ 22 ਨੂੰ ਬੁਲਾਇਆ ਸੀਗਾ ਸੈਸ਼ਨ, 22 ਸਤੰਬਰ ਨੂੰ ਉਹਨਾਂ ਨੇ ਮਨਜ਼ੂਰੀ, ਵਿਸ਼ਵਾਸ ਪ੍ਰਤਾਪ ਨਹੀਂ ਉਹ ਰੱਦ ਕਰਤੀ। ਫਿਰ ਉਸ ਤੋਂ ਬਾਅਦ ਵੀ ਉਹਨਾਂ ਦਾ ਰਿਹਾ, ਉਹਨਾਂ ਨੇ ਕਿਹਾ ਵੀ ਇਹ ਤੁਹਾਡਾ ਅਧਿਕਾਰ ਖੇਤਰ 'ਚ ਨਹੀਂ ਆ। ਉਹਨਾਂ ਨੇ ਚਿੱਠੀ ਵਾਪਸ ਜਵਾਬ ਦੇ ਦਿੱਤਾ ਵੀ ਮੇਰਾ ਅਧਿਕਾਰ ਕੀ ਆ, ਤੁਸੀਂ ਸ਼ਾਇਦ ਤੁਹਾਡੇ ਜਿਹੜੇ ਆਸੇ-ਪਾਸੇ ਬੈਠੇ ਨਾ ਤੁਹਾਨੂੰ ਸਹੀ ਦੱਸ ਨਹੀਂ ਰਹੇ। ਇਸ ਕਰਕੇ ਨਾ ਉਹ ਵੀ ਦੱਸ ਰਹੇ ਵੀ ਮੈਂ ਗਵਰਨਰ ਹਾਂ, ਵੀ ਤੂੰ ਮੈਨੂੰ ਵੈਸੇ ਵੀ ਜਿਹੜੀਆਂ ਯੂਨੀਵਰਸਿਟੀਆਂ ਇਹ ਗਵਰਨਰ ਦੇ ਅੰਡਰ ਆ। ਭੰਡਾਰੀ ਸਾਹਿਬ ਜਿਹੜਾ ਕੋਰ ਗਰੁੱਪ ਆ ਮੁੱਖ ਮੰਤਰੀ ਦਾ, ਉਹ ਇਹਨਾਂ ਨੂੰ ਸਹੀ ਗੱਲਾਂ ਨਹੀਂ ਦੱਸ ਰਿਹਾ। ਫਾਈਲਾਂ ਤੋਂ ਉਹਨਾਂ ਦੇ ਥਰੂ ਤੁਰਦੀਆਂ ਨਾ, ਉਹਨਾਂ ਨੂੰ ਦੱਸਣਾ ਚਾਹੀਦਾ ਵੀ ਪੈਨਲ ਭੇਜਣਾ ਚਾਹੀਦਾ ਹੈ। ਮਤਲਬ ਇਹਦੇ ਕਿਤੇ ਨਾ ਕਿਤੇ ਜਿਹੜੇ ਅਧਿਕਾਰੀ ਉਹ ਵੀ ਜ਼ਿੰਮੇਵਾਰ ਆ, ਕੋਰ ਗਰੁੱਪ ਜਿਹੜਾ ਸਹੀ ਕੰਮ ਨਹੀਂ ਕਰ ਰਿਹਾ, ਜਿਹੜਾ ਬਾਰ-ਬਾਰ ਇਹਨਾਂ ਦਾ ਪੇਚਾ ਪਾ ਰਿਹਾ ਮਾਨਯੋਗ ਗਵਰਨਰ ਸਾਹਿਬ ਨਾਲ, ਉਹ ਇਸੇ ਕਰਕੇ ਹੋ ਰਿਹਾ ਵੀ ਇਹਨਾਂ ਨੂੰ ਸਹੀ ਕਾਨੂੰਨ ਹੀ ਨਹੀਂ ਦੱਸਣ ਦੇ। ਮਤਲਬ ਕਿਤੇ ਇਹ ਤੇ ਨਹੀਂ ਚਾਹੁੰਦਾ ਵੀ ਉਹ ਕੋਰ ਗਰੁੱਪ ਵੀ ਇਹ ਜਿਵੇਂ ਭ੍ਰਸ਼ਟਾਚਾਰ ਦੇ ਖਿਲਾਫ ਹੋਈ ਪਈ ਸਰਕਾਰ, ਵੀ ਇਹਨਾਂ ਨੂੰ ਗਵਰਨਰ ਸਾਹਿਬ ਨੇ ਉਲਝਾ ਦਿੱਤਾ ਜਾਏ। ਉਲਝਾ ਤਾਂ ਆਪ ਭ੍ਰਸ਼ਟਾਚਾਰ ਕਰੀ ਜਾਓ, ਭ੍ਰਸ਼ਟਾਚਾਰ ਕੋਈ ਰੁਕਿਆ ਨਹੀਂ ਅਜੇ। ਭੰਡਾਰੀ ਸਾਹਿਬ ਮਾੜਾ ਮੋਟਾ ਡਰ ਪਿਆ ਲੋਕਾਂ ਨੂੰ, ਪਹਿਲਾਂ ਪੈ ਗਿਆ ਜਿਹੜੇ ਕੇਸ ਉਸ ਰਜਿਸਟਰਡ ਹੋਏ ਸੀ, ਉਹ ਫਿਰ ਉੱਦਾਂ ਹੀ ਚੱਲਣ ਡਿਆ। ਹੁਣ ਸਗੋਂ ਰੇਟ ਦੁੱਗਣੇ ਹੋ ਗਏ ਆ। ਤੇ ਜਾ ਕੇ ਵੇਖ ਲਓ ਤਹਿਸੀਲ ਦੇ ਵਿੱਚ। ਆ ਹੁਣ ਡੀਸੀ ਸਾਹਿਬ ਨੇ ਪਿਛਲੇ ਦਿਨੀ ਸ਼ਾਮ ਨੂੰ ਨਾ ਵੇਖਿਆ ਵੀ ਕੰਪਿਊਟਰ ਚੱਲਣ ਡਿਆ ਆਨਲਾਈਨ, ਤੇ 5 ਵਜੇ ਤਹਿਸੀਲ ਬੰਦ ਹੋ ਜਾਂਦੀ ਆ। ਉਹਨਾਂ ਆਪਣੇ ਗਨਮੈਨ ਭੇਜ ਕੇ ਰੇਡ ਕਰਾਇਆ, 2 ਪ੍ਰਾਈਵੇਟ ਬੰਦੇ ਫੜੇ ਗਏ। ਮੇਰੀ ਡੀਸੀ ਸਾਹਿਬ ਨਾਲ ਗੱਲ ਵੀ ਇਸੇ ਲੈ ਕੇ, ਉਹ ਕਹਿੰਦੇ ਜਾਂਚ ਚੱਲ ਰਹੀ ਹੈ, ਤੇ ਮਗਰੋਂ ਮਾਫੀ ਮੰਗ ਕੇ ਛੁੱਟ ਗਏ। ਚਾਹੀਦਾ ਹੀ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ, ਸਖਤ ਐਕਸ਼ਨ ਲੈਣਾ ਚਾਹੀਦਾ ਸੀ। ਚਲੋ ਤਰਸ ਕਰ ਲਿਆ ਉਹਨਾਂ ਨੇ ਵੀ ਗਰੀਬ ਬੰਦੇ ਕਿਤੇ ਪ੍ਰਾਈਵੇਟ ਲੱਗੇ ਆ। ਅਜੇ ਵੀ ਪ੍ਰਾਈਵੇਟ ਕਰਿੰਦੇ ਸਾਰੀਆਂ ਥਾਂ ਤੇ ਕੰਮ ਕਰਨ ਦੇ। ਇੰਪਰੂਵਮੈਂਟ ਟਰਸਟ ਦੇ ਜੇਈ ਤੱਕ ਨੇ ਪ੍ਰਾਈਵੇਟ ਕਰਿੰਦੇ ਰੱਖੇ ਆ, ਉਹ ਜਾ ਕੇ ਪੈਸੇ ਮੰਗਦੇ ਲੋਕਾਂ ਕੋਲ ਪਲਾਟਾਂ ਦੇ ਉੱਤੇ। ਉਹ ਕਹਿੰਦੇ ਕੀ ਕਰੀਏ ਜੀ, ਸਾਡੇ ਕੋਲ ਬੇਲਦਾਰ ਨਹੀਂ ਹੈਗੇ, ਅਸੀਂ ਰੱਖੇ ਪ੍ਰਾਈਵੇਟ, ਮੰਨਦੇ ਆ ਉਹ। ਚਲੋ ਇਹ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਖਾਲੀ ਥਾਵਾਂ ਪਈਆਂ ਉਹਨੂੰ ਭਰਤੀ ਕਰੇ, ਕਿਉਂਕਿ ਲੋਕਾਂ ਨੇ ਬਦਲਾਅ ਵਾਸਤੇ ਤੁਹਾਨੂੰ ਚੁਣਿਆ। ਤੇ ਬਦਲਾਅ ਠੀਕ ਹੈ, ਭ੍ਰਸ਼ਟਾਚਾਰ ਤੇ ਕਾਰਵਾਈ ਹੋ ਰਹੀ ਹੈ, ਪਰ ਹਜੇ ਬਹੁਤ ਕੁਝ ਬਦਲਾਅ ਕਰਨ ਦੀ ਲੋੜ ਹੈ, ਕਿਉਂਕਿ ਪੰਜਾਬ ਨੂੰ ਜਿਹੜੇ ਵਾਅਦੇ ਕੀਤੇ ਗਏ ਸੀਗੇ ਉਹ ਵਾਅਦੇ ਜਿਹੜੇ ਆ ਉਹ ਹਜੇ ਪੂਰੇ ਕਰਨੇ ਕਾਫੀ ਬਾਕੀ ਨੇ। ਨਸ਼ਾ, ਰੇਤ ਮਾਫੀਆ, ਹੋਰ ਵੀ ਜਿਹੜਾ ਮਾਫੀਆ ਉਹਨੂੰ ਲੈ ਕੇ ਵੀ। ਅੱਛਾ ਅੱਗੇ ਜੀ, ਵੱਡੇ ਬਾਦਲ ਸਾਹਿਬ ਕੋਲ ਕੋਟਕਪੂਰਾ ਕਾਂਡ ਦੇ ਵਿੱਚ ਜਿਹੜੀ ਉਹ ਸਿੱਟ ਨੇ ਪੁੱਛਤਾਛ ਕੀਤੀ ਹੈ। ਹੁਣ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲ ਨੂੰ ਵੀ ਬੁਲਾ ਲਿਆ, ਪਹਿਲੇ ਵੀ ਬੁਲਾਇਆ ਗਿਆ ਸੀ SIT ਵੱਲੋਂ ਉਹਨਾਂ ਨੂੰ, ਤੇ ਫਿਰ ਬੁਲਾ ਲਿਆ ਗਿਆ। ਇਹ ਜਿਹੜੇ ਬੀੜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਜੀ ਜੀ ਬਹਿਬਲ ਕਲਾਂ 'ਚ, ਉਹਦੇ ਸਬੰਧ 'ਚ ਇਹ ਲੋਕ ਇਕੱਠੇ ਹੋਏ ਸੀ ਕੋਟਕਪੂਰੇ ਤੇ ਬਹਿਬਲ ਕਲਾਂ 'ਚ ਜੀ। ਇਹ ਘਟਨਾ ਹੈਗੀ ਅਕਤੂਬਰ 2015 ਦੀ। ਉੱਥੇ ਗੋਲੀ ਚਲਾਈ ਗਈ ਪੁਲਿਸ ਵੱਲੋਂ ਤੇ 2 ਬੰਦੇ ਮਰ ਗਏ। ਉਹਦੀ ਜਾਂਚ ਲਈ ਪਹਿਲਾਂ ਸਿੱਟ ਬਣੀ ਹੈ ਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਹੇਠ। ਉਹਨਾਂ ਵੀ ਬਾਦਲ ਸਾਹਿਬ ਕੋਲ ਪੁੱਛਗਿੱਛ ਕੀਤੀ ਸੀ ਨਵੰਬਰ 16 2018 ਨੂੰ ਜੀ।
ਫਿਰ ਜਿਹੜੀ ਉਹਨਾਂ ਰਿਪੋਰਟ ਪੇਸ਼ ਕਰਤੀ ਹਾਈ ਕੋਰਟ ਨੇ ਉਹਨਾਂ ਰਿਪੋਰਟ ਨੂੰ ਕ੍ਰੈਸ਼ ਕਰਤਾ 2021 ਦੇ ਵਿੱਚ, ਮਈ 2021 ਚ। ਜੀ ਜੀ। ਉਸ ਤੋਂ ਬਾਅਦ ਉਹਨਾਂ ਇੱਕ ਨਵੀਂ ਸਿੱਟ ਬਣਾਉਣ ਨੂੰ ਕਿਹਾ, ਉਹ ਏਡੀਜੀਪੀ LK ਯਾਦਵ ਦੀ ਅਗਵਾਈ ਵਿੱਚ ਇੱਕ ਨਵੀਂ ਸਿੱਟ ਬਣ ਗਈ। ਹੁਣ ਉਹਨਾਂ ਨੇ ਪਹਿਲੀ ਵਾਰੀ ਜੂਨ 22 2021 ਨੂੰ ਪੁੱਛਗਿੱਛ ਕੀਤੀ ਸੀ ਵੱਡੇ ਬਾਦਲ ਸਾਹਿਬ ਕੋਲ ਜੀ, ਕਿਉਂਕਿ ਇਹ ਮੁੱਖ ਮੰਤਰੀ ਉਸ ਵੇਲੇ ਜਦੋਂ ਇਹ ਕੰਮ ਚੱਲਿਆ ਸੀ। ਤੇ ਉਸ ਤੋਂ ਬਾਅਦ ਇਹਨਾਂ ਨੂੰ ਕੱਲ ਪੁੱਛਗਿੱਛ ਕੀਤੀ ਗਈ ਆ ਦੁਬਾਰਾ। ਬਾਦਲ ਸਾਹਿਬ ਨੇ ਕਿਹਾ ਵੀ ਮੈਂ ਪੁੱਛਗਿੱਛ ਮੇਰੇ ਕੋਲ ਜਿੰਨੀ ਵਾਰੀ ਮਰਜ਼ੀ ਕਰੋ, ਪਰ ਇਹਦੀ ਸੱਚਾਈ ਸਾਹਮਣੇ ਲਿਆਓ ਇਹ ਕਾਂਡ ਦੀ। ਤੇ ਸੁਖਬੀਰ ਬਾਦਲ ਕੋਈ ਦੋ ਪਹਿਲਾਂ ਵੀ ਪੁੱਛਗਿੱਛ ਹੋ ਚੁੱਕੀ ਆ, ਹੁਣ ਦੁਬਾਰਾ ਵੀ ਪੁੱਛਗਿੱਛ ਹੋ ਰਹੀ ਆ। ਪਰ ਤੁਹਾਨੂੰ ਪਤਾ ਵੀ ਕੁੰਵਰ ਵਿਜੇ ਪ੍ਰਤਾਪ ਜੀ ਕਹਿੰਦੇ ਸੀ ਵੀ ਜਿਹੜੇ ਸਾਡੇ ਅਫਸਰ ਪੁੱਛਗਿੱਛ ਕਰਨ ਜਾਂਦੇ ਚਾਹ ਪਕੌੜੇ ਖਾ ਕੇ ਆਈਂਦੇ ਕਰਦੇ ਕੁਛ ਨਹੀਂ। ਤਾਂ ਲੱਗਦਾ ਮੈਨੂੰ ਵੀ ਆ ਵੀ ਇਹਨਾਂ 'ਚ ਇੰਨੀ ਨਹੀਂ ਹੈਗੀ ਵੀ ਉਹਨਾਂ ਨੂੰ ਸਖਤੀ ਨਾਲ ਕੋਈ ਪੁੱਛਗਿੱਛ ਕਰਕੇ ਕੁਛ ਉਹਨਾਂ ਕੋਲ ਬੁਲਾ ਲੈਣ, ਸੱਚਾਈ ਲੈਣ। ਲੱਗਦਾ ਨਹੀਂ ਵੀ ਇਹ ਸਿੱਟ ਵੀ ਕੋਈ ਸੱਚਾਈ ਸਾਹਮਣੇ ਲਿਆ ਸਕੂਗੀ। ਜੇ ਸਰਕਾਰ ਨੂੰ ਚਾਹੀਦਾ ਸੀ ਵੀ ਇਹਦੇ ਵਾਸਤੇ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਿੱਚ ਵੀ ਇੱਕ MLA ਦੀ ਕਮੇਟੀ ਬਣਾ ਦਿੰਦੀ। ਨਹੀਂ, ਕੁੰਵਰ ਵਿਜੇ ਪ੍ਰਤਾਪ ਨੇ ਤੇ ਪਿੱਛੇ ਵਿਧਾਨ ਸਭਾ ਜਦੋਂ ਵਿਸ਼ਵਾਸ ਪੱਤਰ ਉਹਦਾ ਵੀ ਕਿਹਾ ਵੀ ਇਹਦੇ ਤੇ ਸਪੈਸ਼ਲ ਸੈਸ਼ਨ ਬੁਲਾਓ, ਉਹਨਾਂ ਨੇ ਮੁੱਦਾ ਚੁੱਕਿਆ ਸੀਗਾ, ਪਰ ਉਹਨਾਂ ਦੀ ਗੱਲ ਨਹੀਂ ਸੁਣੀ। ਕਿਸੇ ਨੇ MLA ਨੇ ਨਾ ਰੂਲਿੰਗ ਨਾ ਪੋਜੀਸ਼ਨ ਕਿਸੇ ਨੇ ਸਪੋਰਟ ਨਹੀਂ ਕੀਤੀ ਉਹਨਾਂ ਨੂੰ। 2015 ਦਾ ਇਹ ਮਾਮਲਾ ਦੇਖੋ, ਬੇਅਦਬੀ ਹੁੰਦੀ, ਉਸ ਤੋਂ ਬਾਅਦ ਲਗਾਤਾਰ ਬੇਅਦਬੀ ਦੀਆਂ ਕਈ ਘਟਨਾਵਾਂ ਪੰਜਾਬ 'ਚ ਸਾਹਮਣੇ ਆਈਆਂ। ਦੋ ਸਰਕਾਰਾਂ ਬਦਲ ਗਈਆਂ, ਪਹਿਲੇ ਕੈਪਟਨ ਸਾਹਿਬ ਬਦਲ ਗਈ, ਚੰਨੀ ਸਾਹਿਬ ਚਲੇ ਗਏ, ਬਾਦਲ ਸਾਹਿਬ ਚਲੇ ਗਏ, ਨਵੀਂ ਸਰਕਾਰ ਆਈ ਤੇ ਹੁਣ ਅਜੇ ਵੀ ਦੇਖੋ 7 ਸਾਲ ਪੜ੍ਹਾਈ ਸਾਹਿਬ ਸੱਚਾਈ ਸਾਹਮਣੇ ਆ, ਸੱਚਾਈ ਦੇ ਸਾਹਮਣੇ ਆਣੀ ਚਾਹੀਦੀ ਨਾ। ਹੁਣ ਇਹ ਇਸੇ ਗੋਲੀकांड ਦਾ ਬਹਿਬਲ ਕਲਾਂ ਨਾਂ ਲੈ ਕੇ ਤੇ ਸਰਕਾਰਾਂ ਬਣਾਈ ਜਾਣ ਡੇ ਆ, ਪਰ ਸੱਚਾਈ ਨਹੀਂ ਸਾਹਮਣੇ ਲਿਆਣ ਡਿਆ। ਕੋਈ ਸੰਜੀਦਗੀ ਨਾਲ ਇਹਦੇ ਨਹੀਂ ਕਰ ਰਿਹਾ ਨੂੰ ਹੁਣ ਵੀ ਮੇਰੇ ਖਿਆਲ ਮਾਨਯੋਗ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ, ਉਹਨਾਂ ਨੇ ਕੁਝ 6 ਮਹੀਨੇ ਵਾਸਤੇ ਕਿਹਾ ਸੀਗਾ ਦੀ ਰਿਪੋਰਟ ਦਿਓ, ਤਾਂ ਹੁਣ ਐਸਐਟ ਨੇ ਥੋੜੀ ਆਪਣੀ ਜਾਂਚ ਤੇਜ਼ ਕੀਤੀ ਹੈ। ਦੇਖ ਲਓ ਇਹਦੇ ਕਈ 6 ਮਹੀਨੇ ਆਣੇ ਜੀ ਭੰਡਾਰੀ ਸਾਹਿਬ। ਅਬੇ ਹਾਈ ਕੋਰਟ ਇਹ ਨਹੀਂ ਕੋਟਾ ਹਾਈ ਕੋਰਟ ਨੂੰ ਸਮਝੇ, ਤੁਹਾਡੇ ਸਾਹਮਣੇ ਆਸ਼ੂ ਕਹਿੰਦੇ ਸੀ ਨਾ, ਹਾਂ ਉਹ ਕਹਿ ਦਿਓ ਹਾਈ ਕੋਰਟ ਨੂੰ ਮੰਤਰੀ ਨਹੀਂ ਮੰਨਦਾ। ਇਹ ਜਿਹੜੇ ਮੰਤਰੀ ਆ ਰੱਬ ਜੇ, ਇਹ ਨਹੀਂ ਜੇ ਮੰਨਦੇ ਕਿਸੇ ਨੂੰ। ਅਵਤਾਰ ਹੈ, ਜਿਹਦੇ ਮਰਜ਼ੀ ਕੇਸ ਤੁਸੀਂ ਵੇਖ ਲਏ ਜੇ। ਆ ਜਿਹੜੇ ਆਪ ਸਰਕਾਰ ਨੇ ਕੇਸ ਕੀਤਾ ਸੀ ਦੋ ਬੰਦਿਆਂ ਦੇ, ਇੱਕ ਕੁਮਾਰ ਵਿਸ਼ਵਾਸ ਜੀ ਤੇ ਹਾਂ ਇੱਕ ਤੇਜਿੰਦਰ ਬੱਗੇ, ਹਾਈ ਕੋਰਟ ਨੇ ਦੋਵੇਂ ਕੈਂਸਲ ਕਰਤੇ ਆ। ਦੇਖੋ ਨਾ ਇਹ ਸਮਝ, ਦੇਖੋ ਇਹ ਤੇ ਪਹਿਲੇ ਵੀ ਸਾਹਮਣੇ ਆਇਆ, ਇੱਕ ਰਿਪੋਰਟ ਆਈ ਸੀਗੀ ਛਪੀ ਸੀ, ਉਹਦੇ 'ਚ ਦੱਸਿਆ ਵੀ ਪਿਛਲੇ 5-7 ਸਾਲਾਂ ਦੇ ਵਿੱਚ ਪੰਜਾਬ 'ਚ 400 ਤੇ ਕਰੀਬ 25 ਮਾਮਲੇ ਜਿਹੜੀਆਂ ਫੇਕ ਦਰਜ ਕੀਤੇ ਗਏ ਹੈ। ਹੁਣ ਇੱਥੋਂ ਤੇ ਸਾਬਤ ਹੋ ਗਿਆ। ਦੇਖੋ ਕੇਜਰੀਵਾਲ ਸਾਹਿਬ ਨੇ ਆਏ ਕਿਹਦੇ ਕਰਕੇ ਸੀਗੇ ਇੱਥੇ, ਵੀ ਉਹ ਕੀ ਉਹਨਾਂ ਕੋਲ ਦਿੱਲੀ 'ਚ ਪਾਵਰ ਨਹੀਂ ਗਈ, ਇਸ ਕਰਕੇ ਪੰਜਾਬ 'ਚ ਉਹ ਸਾਰੀ ਪਾਵਰ ਵਿਖਾਉਣੀ ਚਾਹੁੰਦੇ ਆ, ਪੁਲਿਸ ਦਾ ਮਿਸਯੂਜ਼ ਕਰਕੇ। ਕਿਸ ਤਰ੍ਹਾਂ ਤੇਜਿੰਦਰ ਬੱਗੇ ਨੂੰ ਉੱਥੋਂ ਚੁੱਕ ਲਿਆਉਂਦੇ ਆ ਤੇ ਇੱਥੇ ਗੈਂਗਸਟਰ ਇਹਨਾਂ ਕੋਲ ਭੱਜ ਜਾਂਦੇ ਨੇ। ਇੱਥੇ ਜੇਲ੍ਹਾਂ ਦੇ ਵਿੱਚ ਇਹਨਾਂ ਕੋਲੋਂ ਅਪਰਾਧੀਆਂ ਤੇ ਲਗਾਮ ਨਹੀਂ ਲੱਗ ਰਹੀ, ਨੈਟਵਰਕ ਉਵੇਂ ਦਾ ਉਵੇਂ ਚੱਲ ਰਿਹਾ, ਨਾ ਨਸ਼ਾ ਰੁਕਿਆ ਨਾ ਮਾਈਨਿੰਗ ਰੁਕੀ ਹੈ, ਤੇ ਉਹ ਦੂਜੇ ਆਪਣੀਆਂ ਕਿੜਾਂ ਕੱਢਣ ਵਾਸਤੇ ਕੁਮਾਰ ਸਾਹਿਬ ਰਿਸ਼ਵਤ ਦਾ ਬੋਲਬਾਲਾ, ਕਰਪਸ਼ਨ ਦਾ ਹੋਇਆ। ਤੇ ਵੇਖ ਲਓ AIG ਸ਼ੀਸ਼ ਕਪੂਰ ਤੇ ਲਾਕਰ ਖੋਲਿਆ ਗਿਆ ਤੇ ਉਹ 'ਚ 1 ਕਿਲੋ ਤੋਂ ਵੱਧ ਸੋਨਾ ਨਿਕਲਿਆ। ਇਹ ਕੁਰੂਖੇਤਰ ਦਾ ਇੱਕ ਸਨਾਰ ਕਹਿੰਦਾ ਵੀ ਮੇਰੇ ਕੋਲ ਪੁੱਛੋ, ਉਹਨੇ ਕੋਈ ਆਡੀਓ ਤੇ ਵੀਡੀਓ ਪੇਸ਼ ਕਰਤੀਆਂ ਇਹਨਾਂ ਨੂੰ ਵੀ ਮੇਰੇ ਕੋਲ ਇਹਨਾਂ ਬਾਰੇ ਸਾਰਾ ਕੁਝ ਪੁੱਛੋ, ਵੀ ਮੇਰੇ ਕੋਲ ਸੋਨਾ ਬਣਾ ਦੇ। ਹਾਂ, ਉਹਨਾਂ ਦੇ ਆਰੋਪ ਸੀਗਾ ਨਾ, ਉਹਨਾਂ ਨੇ ਆਪਾਂ ਤੇ ਰੋਲਾ ਹੀ ਪਾ ਸਕਦੇ ਆ ਨਾ, ਸਰਕਾਰ ਹੁਣ ਸਾਡੀ ਸੁਣਦੀ ਕਿ ਨਹੀਂ ਸੁਣਦੀ। ਅਸੀਂ ਤੇ ਭ੍ਰਸ਼ਟਾਚਾਰ ਦੇ ਤੇ ਘੁਟਾਲਿਆਂ ਦੇ ਖਿਲਾਫ ਰੋਲਾ ਪਾਈ ਜਾਣਾ, ਜੋ ਸਾਡਾ ਫਰਜ਼ ਆ। ਭਾਵੇਂ ਰਿਸ਼ਵਤਖੋਰ ਸਾਰੇ ਸਾਡੇ ਖਿਲਾਫ ਹੋ ਜਾਣਾ, ਪਰ ਅਸੀਂ ਨਹੀਂ ਮੁੜਨਾ। ਨਹੀਂ, ਸਾਡੇ ਚੈਨਲ ਦਾ ਕੰਮ ਹੀ ਇਹ ਆ ਸੱਚਾਈ ਜਨਤਾ ਦੇ ਸਾਹਮਣੇ ਲਿਆਣੀ। ਸਾਡਾ ਕੰਮ ਹੈ ਜੀ ਲੋਕਾਂ ਨੂੰ ਦੱਸਣਾ ਵੀ ਹੋ ਕੀ ਰਿਹਾ। ਅੱਗੋਂ ਲੋਕਾਂ ਦੀ ਮਰਜ਼ੀ ਵੀ ਉਹਨਾਂ ਨੇ 2 ਰੁਪਏ ਕਿਲੋ ਨਿਊਜ਼ ਚੈਨਲ ਸੱਚਾਈ ਦੱਸਣੋਂ ਨਾ ਡਰੂਗਾ, ਨਾ ਡਰਦਾ ਹੀ, ਨਾ ਡਰੂਗਾ, ਨਾ ਅੱਗੇ ਡਰੇਗਾ। ਅੱਛਾ, ਮੈਂ ਇੱਕ ਸੁਪਰੀਮ ਕੋਰਟ ਨੇ ਬੜਾ ਵੱਡਾ ਫੈਸਲਾ ਦਿੱਤਾ ਹੈ, ਸਰਕਾਰ ਨੂੰ ਤੇ RBI ਨੂੰ ਵੀ ਕਟਘਰੇ 'ਚ ਖੜਾ ਕਰਤਾ ਹੈ। ਕਿਹਾ ਵੀ ਨੋਟਬੰਦੀ 'ਚ ਜਵਾਬ ਮੰਗ ਲਿਆ ਹੈ। ਕਿਹਾ ਵੀ ਹਲਫਨਾਮਾ ਦਾਇਰ ਦੱਸੋ ਵੀ ਕੀ ਲੋੜ ਸੀ ਤੁਹਾਨੂੰ 500 ਦਾ ਤੇ 1000 ਦਾ ਨੋਟ ਬੰਦ ਕਰਨ ਦੀ, ਰਾਤੋਂ ਰਾਤ ਕੀ ਲੋੜ ਪੈ ਗਈ। ਤੁਹਾਨੂੰ ਯਾਦ ਹੀ ਹੋਣਾ ਜਦੋਂ ਇਹ ਨੋਟਬੰਦੀ ਹੋਈ 2016 ਦੇ ਵਿੱਚ, ਜੇ ਮੈਂ ਗਲਤ ਨਹੀਂ ਹਾਂ ਤੇ ਸ਼ਾਇਦ 8 ਨਵੰਬਰ 2016 ਨੂੰ 8 ਵਜੇ PM ਪ੍ਰਧਾਨ ਮੰਤਰੀ ਨਰਿੰਦਰ ਮੋਦੀ TV ਤੇ ਆ ਕੇ ਉਹਨਾਂ ਨੇ ਘੋਸ਼ਣਾ ਕੀਤੀ ਸੀਗੀ। ਤੇ ਉਦੋਂ ਇਹ ਕਿਹਾ ਗਿਆ ਸੀ ਵੀ ਕਾਲਾ ਧਨ ਬਹੁਤ ਆ ਦੇਸ਼ 'ਚ ਤੇ ਅੱਤਵਾਦ ਦੀ ਜਿਹੜੀ ਹੈ ਕਮਰ ਤੋੜਨੀ ਹੈ। ਇਹਨੂੰ ਲੈ ਕੇ ਸੁਪਰੀਮ ਕੋਰਟ ਨੇ ਫਿਰ, ਤੁਹਾਨੂੰ ਯਾਦ ਹੋਣਾ ਵੀ ਬਹੁਤ ਸਾਰੇ ਲੋਕ ਲਾਈਨਾਂ 'ਚ ਲੱਗੇ ਰਹੇ, ਕਈ ਸਾਰੇ ਲੋਕਾਂ ਦੀ ਮੌਤ ਹੋ ਗਈ। ਕਈ ਆਤਮਹੱਤਿਆ ਕਰ ਗਏ। ਇਸ਼ੂ ਬਣਿਆ ਵੀ ਜਦੋਂ ਦੀ ਨੋਟਬੰਦੀ ਹੋਈ ਉਦੋਂ ਦਾ ਛੋਟਾ ਵਪਾਰੀ ਉਹਦੀ ਐਸੀ ਲੱਕ ਟੁੱਟਿਆ ਹੈ ਕਿ ਉਹ ਉੱਠ ਨਹੀਂ ਸਕਿਆ। ਹੁਣ ਸੁਪਰੀਮ ਕੋਰਟ ਨੇ ਰਿਪੋਰਟ ਮੰਗ ਲਈ ਹੈ। ਬਿਲਕੁਲ ਠੀਕ ਕੀਤਾ ਜੀ। ਹੁਣ ਤੁਸੀਂ ਵੇਖੋ ਸਰਕਾਰ ਦੀ ਅਕਲਮੰਦੀ ਵੇਖ ਲਓ ਕਿੰਨੀ ਕਾ। 500 ਤੇ 1000 ਦਾ ਨੋਟ ਤੇ ਬੰਦ ਕਰਤਾ ਤੇ 2000 ਦਾ ਚਲਾਤਾ ਤੇ 500 ਦਾ ਵੀ ਨਵਾਂ ਲੈਣ ਦਾ ਨੋਟ ਤੋਂ ਫਿਰ 1000 ਦਾ ਕੱਢ ਕੇ ਸਗੋਂ 2000 ਦਾ ਕਰਤਾ। ਹੁਣ ਤੁਸੀਂ ਵੇਖੋ ਵੀ ਕੋਈ ਕਾਲਾਬਾਜ਼ਾਰੀ ਬੰਦ ਹੋਈ, ਕੋਈ ਬਲੈਕ ਮਨੀ ਬਾਹਰ ਨਿਕਲੀ। ਆ ਰੋਜ਼ ਲੀਡਰਾਂ ਕੋਲ ਵੇਖੋ ਕਿੰਨੇ 600 ਕਰੋੜ 6000 ਕਰੋੜ ਦੇ ਘਟਾਲੇ ਨਿਕਲਣ ਡੇ ਆ ਬਲੈਕ ਮਨੀ ਕਿੱਥੇ ਗਈ ਇਹਨਾਂ ਦੀ। ਇਹਨਾਂ ਨੂੰ ਤਾਂ ਪਹਿਲਾਂ ਪਤਾ ਲੱਗ ਗਿਆ ਸਾਰਿਆਂ ਨੂੰ। ਇਹਨਾਂ ਨੇ ਆਪਣੇ ਨੋਟ ਬਦਲਾ ਵੀ ਲਏ,
ਚੇਂਜ ਵੀ ਕਰਾ ਲਏ। ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਨਹੀਂ ਇਹ ਗੱਲ ਵੀ ਅਸੀਂ ਇਹ 'ਤੇ ਕੇਸ ਨਹੀਂ ਚਲਾ ਸਕਦੇ, ਅਸੀਂ ਇਹ 'ਤੇ ਕੇਸ ਚਲਾਵਾਂਗੇ, ਜਾਂਚ ਕਰਾਂਗੇ, ਸਾਡਾ ਹੱਕ ਹੈਗਾ, ਸਾਨੂੰ ਸਾਡੀ ਲਿਮਿਟ ਪਤਾ ਵੀ ਇਹ ਕਿੱਥੇ ਜਾਣਾ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਇਹ ਵੀ ਦੇਖੋ ਨਾ ਵੀ ਸਰਕਾਰ ਦੀ ਮਨਸ਼ਾ ਹੋ ਸਕਦਾ ਬਿਲਕੁਲ ਠੀਕ ਹੋਵੇ, ਪਰ ਜਿਸ ਕਰਕੇ ਕੀਤਾ ਗਿਆ ਉਹ ਪਰਪਸ ਸ਼ਾਇਦ ਪੂਰਾ ਨਹੀਂ ਹੋਇਆ। ਕਿਉਂਕਿ ਮੈਂ ਪੜ੍ਹ ਰਿਹਾ ਸੀ ਇੱਕ ਰਿਪੋਰਟ ਕੱਲ੍ਹ, ਉਹਦੇ 'ਚ ਦੱਸ ਰਹੇ ਸੀ ਵੀ 2000 ਦੇ ਜਿਹੜੇ ਨੋਟ ਆ ਉਹ ਕਰੀਬ ਕੋਈ 9 ਲੱਖ ਕਰੋੜ ਜਿਹੜਾ ਨੋਟ ਹੈ ਨਾ ਜੀ, ਕਰੰਸੀ, ਉਹ ਬਾਜ਼ਾਰ 'ਚੋਂ ਗਾਇਬ ਹੋ ਗਈ ਹੈ। ਸਰਕਾਰ ਨੇ ਸ਼ਾਇਦ ਇਸੇ ਕਰਕੇ 2019 ਤੋਂ ਬਾਅਦ 2000 ਦਾ ਨੋਟ ਜਿਹੜਾ ਉਹ ਛਾਪਿਆ ਬੰਦੀ ਲਾਤੀ, ਕਿਉਂਕਿ ਇਹ ਜਿਹੜੀ ਆ ਇਹ ਬੜਾ ਵੱਡਾ ਇੱਕ ਮਸਲਾ ਹੈ। ਕਿਉਂ ਜਿੰਨਾ ਨੋਟ ਹੁਣ ਬੈਂਕ 'ਚ ਜਾ ਰਿਹਾ ਬਾਹਰ ਵਾਪਸ ਨਹੀਂ ਆ ਰਿਹਾ। 2000 ਦਾ ਬੈਂਕ ਵਾਲਿਆਂ ਨੂੰ ਦੇਸ਼ ਹੈਗੇ ਆ ਵੀ ਉਹ ਆਪਣੇ ਕੋਲ ਹੀ ਰੱਖੋ, ਉਹ ਜਮ੍ਹਾਂ ਕਰਾਈ ਜਾਓ ਚੈਸਟ ਦੇ ਵਿੱਚ, ਉਹ ਬਾਹਰ ਨਹੀਂ ਕੱਢਣਾ। ਇਹ ਮੈਂ ਸਰਕਾਰ ਕੋਈ ਨਾ ਕੋਈ ਐਕਸ਼ਨ ਲਊਗੀ ਲੱਗਦਾ ਹੈਗਾ। ਭਾਰਤ ਭੂਸ਼ਣ ਆਸ਼ੂ ਸਿੰਚਾਈ ਘੁਟਾਲੇ 'ਚ ਪਹਿਲੇ ਅੰਦਰ ਨੇ, ਜਲੰਧਰ ਪੁਲਿਸ ਨੇ ਵੀ, ਵਿਜੀਲੈਂਸ ਨੇ ਵੀ ਸ਼ਾਇਦ ਉਹਨਾਂ ਦਾ ਹੁਣ ਰਿਮਾਂਡ ਫਿਰ ਦੁਬਾਰਾ 3 ਦਿਨ ਦਾ 2 ਦਿਨ ਪਹਿਲੇ ਲਿਆ, ਤੇ ਉਹਨਾਂ ਦੇ ਇੱਕ ਫਿਰ ਕੋਈ ਕਰੀਬੀ ਜਿਹੜੇ ਹੈ ਉਹਨਾਂ ਨੂੰ ਵੀ ਫੜ ਲਿਆ ਗਿਆ ਹੈ। ਉਹ ਵਾਰਡ 82 ਦੇ ਕਾਉਂਸਲਰ ਹੈਗੇ ਆ, ਸੰਨੀ ਭੱਲਾ ਉਰਫ ਗਗਨਦੀਪ ਜੀ। ਇਹਨਾਂ ਨੂੰ ਪਹਿਲਾਂ ਵੀ ਪੁੱਛਗਿੱਛ ਬੁਲਾਇਆ ਗਿਆ ਸੀ ਟਰਾਂਸਪੋਰਟ ਟੈਂਡਰ ਸਕੈਮ ਦੇ ਵਿੱਚ ਜੀ। ਉਹਨਾਂ ਕਿਹਾ ਵੀ ਇਹਨਾਂ ਆਪਣੀ ਪੁਖਤਾ ਸਬੂਤ ਇਹਨਾਂ ਦੇ ਖਿਲਾਫ ਨਹੀਂ ਹੈਗੇ ਜੀ, ਪਰ ਇਹ ਹੈਗਾ ਵੀ ਇਹਨਾਂ ਦੀ ਪੁੱਛਗਿੱਛ ਆਇਆ ਵੀ ਇਹਨਾਂ ਦੀ ਆਸ਼ੂ ਨਾਲ ਬੜੀ ਲਾਇ ਸੀ ਤੇ ਇਹ ਵੀ ਇਸ ਕੰਮ ਦੇ ਵਿੱਚ ਇਨਵੋਲਵ ਆ। ਕੱਲ ਪੁੱਛਗਿੱਛ ਕਰਨ ਸੱਦਿਆ, ਕੱਲ ਹੀ ਉਹਨੂੰ ਗ੍ਰਿਫਤਾਰ ਕਰ ਲਿਆ, ਜਿਹਦੀ ਪੁਸ਼ਟੀ ਵਿਜੀਲੈਂਸ ਬਿਊਰੋ ਨੇ ਕਰਤੀ ਹੈਗੀ ਆ। ਤੁਹਾਨੂੰ ਪਤਾ ਵੀ ਅੱਜ ਆਸ਼ੂ ਸਾਹਿਬ ਦਾ ਵੀ 3 ਦਿਨ ਦਾ ਰਿਮਾਂਡ ਫਿਰ ਚੱਲ ਰਿਹਾ, ਤੇ ਵੇਖੋ ਨਵੀਂ ਕੀ ਡਿਵੈਲਪਮੈਂਟ ਨਿਕਲਦੀ ਆ। ਘਟਾਲਾ ਦੇ ਬੜੇ ਵੱਡੇ ਹੋਏ ਆ ਤੇ ਕੀਤੇ ਵੀ ਸਾਰੇ ਲੀਡਰਾਂ ਨੇ ਆ, ਤੇ ਉਹਨਾਂ ਦੇ ਜਿਹੜੇ ਆਸੇ ਚਿਮਟੇ ਕਰਿੰਦੇ ਕਰਾਉਂਦੇ ਆ ਉਹਨਾਂ ਵੀ ਮੁੱਝਾਂ ਲੁੱਟੀਆਂ ਹੀ ਆ। ਚਲ ਭਾਵੇਂ ਥੋੜਾ ਬਹੁਤਾ ਲਿਆ ਹੋਵੇ ਉਹਨਾਂ ਨੇ, ਨਹੀਂ ਸਾਰੇ ਸਾਥ ਤੇ ਮਾੜਾ ਮੋਟਾ ਲਿਆ ਹੀ ਆ ਨਾ ਉਹਨਾਂ ਨੇ। ਕੋਈ ਵੀ ਡਾਇਰੈਕਟ ਤੇ ਪੈਸੇ ਲੈਂਦਾ ਹੀ ਨਹੀਂ ਜੀ, ਉਹਨਾਂ ਸਾਰੇ ਕਰਿੰਦੇ ਰੱਖੇ ਆ। ਕੋਈ ਇਹਨੇ ਭਤੀਜਾ ਅੱਗੇ ਕੀਤਾ ਹੈ, ਮੈਂ ਕਹਾਂ ਜੀ ਭਤੀਜੇ ਭਰਾ ਅੱਗੇ ਕੀਤੇ ਆ। ਦੀਵਾਲੀ ਆ ਗਈ ਆ, ਸਾਨੂੰ ਪਤਾ ਵੀ ਇੱਕ ਮੰਤਰੀ ਨੇ ਸੋਨੇ ਦੇ ਸਿੱਕੇ ਇਕੱਠੇ ਕੀਤੇ ਸੀ ਦੀਵਾਲੀ ਦੇ, ਇੱਕ ਸੈਕਟਰੀ ਆਪ ਇਕੱਠੇ ਕਰਾ ਕੇ ਦੇ ਰਿਹਾ ਸੀ ਇਹਨਾਂ ਨੂੰ ਸੋਨੇ ਦੇ ਸਿੱਕੇ, ਸੈਕਟਰੀ ਦੇ ਇਕੱਠੇ ਕਰਾ ਰਿਹਾ ਸੀ। ਇੱਕ ਸਿਵਲ ਸਰਜਨ ਲੱਗਾ ਸੀ ਗਰਾਈ ਦੇ ਵਿੱਚ। ਦਲਾਲੀ ਬੰਦ ਕਰਨੀ ਚਾਹੀਦੀ ਨਾ ਇਹਨਾਂ ਨੂੰ, ਵੀ ਲੀਡਰਾਂ ਦੀ ਦਲਾਲੀ ਕਰਦੇ ਆ ਤੇ ਇਹਨਾਂ ਨੂੰ ਬੰਦ। ਇਹਨਾਂ ਦਾ ਕੰਮ ਕੀ ਆ? ਇੱਕ ਬੰਦਾ ਤੇ ਦੇਖੋ ਆਮ ਬੰਦਾ ਤੇ 7-8 ਹਜ਼ਾਰ 10 ਹਜ਼ਾਰ ਦੀ ਨੌਕਰੀ ਨੂੰ ਤਰਸਦਾ, ਠੀਕ ਹੈ, ਬੇਰੁਜ਼ਗਾਰੀ ਚਰਨ ਤੇ ਇਹ 100 ਕਰੋੜ 200 ਕਰੋੜ ਇਹਨਾਂ ਢਿੱਡ ਹੀ ਨਹੀਂ ਭਰਦਾ ਵੀ ਪਤਾ ਨਹੀਂ ਕੀ ਖਾਂਦੇ ਨੇ। ਰੱਬ ਨੇ ਇਹਨਾਂ ਦਾ ਕਿੱਦਾਂ ਦਾ ਪੈਦਾ ਬਣਾਇਆ ਵੀ ਰੇਤਾ ਖਾ ਗਏ, ਬਜਰੀ ਖਾ ਗਏ, ਸ਼ਰਾਬ ਪੀ ਗਏ, ਵੀ ਜੋ ਚੱਲਦੇ ਸਭ ਖਾ ਜਾਂਦੇ, ਬਸ ਪੇੜ ਖਾ ਗਏ। ਵੇਖੋ ਤੁਸੀਂ ਧਰਮਸੋਤ ਜੀ ਗਿਲਜੀਆਂ ਸਾਹਿਬ ਦਰਖਤ ਹੀ ਖਾ ਗਏ, ਕਢਾ ਕੇ 500 ਰੁਪਇਆ ਲੈ ਗਏ। ਦੇਖੋ ਵੀ ਜੀ ਸਰਕਾਰ ਨੂੰ ਅਸੀਂ ਇੱਕ ਵਾਰੀ ਫੇਰ ਕਵਾਂਗੇ ਵੀ ਸਰਕਾਰ ਕੰਮ ਤਾਂ ਠੀਕ ਕਰ ਰਹੀ ਹੈ। ਵੀ ਦੇਖੋ ਪਹਿਲੇ ਸਿੰਚਾਈ ਘੁਟਾਲਾ ਦੇ ਵੀ ਹੁਣ ਪਰਤਾਂ ਖੁੱਲੀਆਂ, ਕੁਝ IAS ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ ਹੈ, ਤੇ ਇੱਕ ਸਮਝ ਇਹ ਵੀ ਲੱਗ ਰਿਹਾ ਪਤਾ ਵੀ ਇੱਕ ਸਿੰਚਾਈ ਘੁਟਾਲੇ ਦੇ ਵਿੱਚ ਇੱਕ ਸਾਬਕਾ ਜਿਹੜੇ IAS ਅਧਿਕਾਰੀ ਹੈ ਉਹਨਾਂ ਨੇ ਹਾਈ ਕੋਰਟ 'ਚ ਕੋਈ ਅਪੀਲ ਵੀ ਦਾਇਰ ਕੀਤੀ ਹੈ ਵੀ ਮੇਰਾ ਜਿਹੜਾ ਲੁੱਕਆਊਟ ਸਰਕੂਲਰ ਜਾਰੀ ਕੀਤਾ ਉਹ ਜਿਹੜਾ ਉਹ ਰੱਦ ਕਰਾਇਆ ਜਾਵੇ। ਉਹ KBS ਸਿੱਧੂ ਸਾਹਿਬ ਨੇ ਇਹ ਕੀਤੀ ਆ, ਅਪੀਲ ਹਾਈ ਕੋਰਟ 'ਚ ਪਾਈ ਆ ਵੀ ਲੁੱਕਆਊਟ ਸਰਕੂਲਰ ਮੇਰਾ ਵਾਪਸ ਕਰਾਇਆ ਜਾਵੇ। KBS ਸਿੱਧੂ ਆ ਸੀਨੀਅਰ IAS ਅਫਸਰ ਹੀ, ਵੀ ਕਿਉਂ ਵਾਪਸ ਕਿਉਂ ਕਰਾਇਆ ਜਾਵੇ? ਨਹੀਂ ਜਾਂਚ ਕਹਿੰਦੇ ਵੀ ਇਹਦੇ 'ਚ ਕੁਝ ਹੈਗਾ ਹੀ ਨਹੀਂ। ਤੇ ਵੇਖੋ ਵੀ ਇਹਨਾਂ 'ਚੋਂ ਇੱਕ ਨੇ ਕਾਹਨ ਸਿੰਘ ਬੰਨੂ ਜੀ ਨੇ ਇੱਕ ਪ੍ਰਾਈਵੇਟ ਲੈਬ 'ਚੋਂ ਹੀ ਉਹ ਟੈਸਟ ਕਰਾ ਲਈ, ਲਿਖਾਈ ਡੈਰੀ ਆਂਦੇ ਜੀ ਲਿਖਾਈ ਹੈ ਨਹੀਂ ਉਹਦੀ ਠੇਕੇਦਾਰ ਦੀ, ਸਾਡੇ ਤੇ ਗਲਤ ਨਾਂ ਲੈ ਤੇ ਆ। ਆਪਣੇ ਉਹਦੀ ਪ੍ਰਾਈਵੇਟ ਤਾਂ ਮੰਨੀ ਜਾਂਦੇ, ਦੂਜੇ ਦੀ ਹੋਏ ਤਾਂ ਕਹਿੰਦੇ ਸਰਕਾਰੀ ਲੈਬ 'ਚੋਂ ਕਰਾਉਣੀ ਆ। ਹਾਈ ਕੋਰਟ ਨੇ ਕਿਹਾ ਵੀ ਤੁਸੀਂ ਕੌਣ ਹੋ ਜੇ ਕਰਾਉਣ ਵਾਲੇ? ਅਸੀਂ ਬੈਠੇ ਆ, ਸਰਕਾਰ ਬੈਠੀ ਆ, ਸਰਕਾਰੀ ਲੈਬਾਂ ਹੈਗੀਆਂ ਉਹ 'ਚੋਂ ਕਰਾਵਾਂਗੇ। ਅੱਛਾ ਕਿ ਜੀ ਇੱਕ ਸਾਹਮਣੇ ਦੇਖੋ ਬੜੇ ਦਿਨਾਂ ਦਾ ਮਾਮਲਾ ਉਹ ਚੱਲ ਰਿਹਾ ਹੈ, ਦੀਪਕ ਟੀਨੂ ਦੀ ਫਰਾਰੀ ਦਾ ਮਾਮਲਾ। ਉਹਦੀ ਗਰਲਫ੍ਰੈਂਡ ਫੜੀ ਜਾਂਦੀ ਹੈ, ਪਹਿਲੇ ਤੇ ਉਸ ਜਿਹੜੇ ਕਿਸ ਤਰ੍ਹਾਂ ਉਹਨਾਂ ਨੂੰ ਸ਼ੈਲਟਰ ਦਿੰਦੇ ਆ ਪੁਲਿਸ ਵਾਲੇ, ਤੇ ਹੁਣ ਇਹ ਸਾਹਮਣੇ ਆ ਰਿਹਾ ਵੀ ਉਹ ਅਫਰੀਕਾ ਭੱਜ ਗਿਆ। ਉਹਨੇ ਆਪਣੀ ਪਹਿਲੇ ਇੱਕ ਬਿਊਟੀ ਪਾਰਲਰ ਤੋਂ ਆਪਣੀ ਲੁੱਕ ਚੇਂਜ ਕਰਾਈ ਹੈ। ਹੁਣ ਜੇ ਤੇ ਉਹ ਭੱਜ ਗਿਆ ਤਾਂ ਵੀ ਦੇਖੋ ਕਿਤੇ ਨਾ ਕਿਤੇ ਨਾਕਾਮੀ ਤੇ ਹੈ ਨਾ, ਕਿਉਂਕਿ ਉਸੇ ਵੇਲੇ ਸਰਕਾਰ ਵੱਲੋਂ ਲੁੱਕਆਊਟ ਨੋਟਿਸ ਉਹਦਾ ਇਸ਼ੂ ਕਰ ਦਿੱਤਾ ਗਿਆ ਸੀਗਾ, ਤੇ ਇਹ ਇਹਨਾਂ ਦੇ ਹੱਥ ਜਿਹੜੇ ਆ ਏਜੰਸੀਆਂ ਤੋਂ ਵੀ ਉੱਪਰ ਰਲ ਗਏ ਆ। ਭੰਡਾਰੀ ਸਾਹਿਬ ਜਿਹੜੀ ਸਾਡੀ ਇੰਟੈਲੀਜੈਂਸ ਹੈ ਨਾ ਬਿਲਕੁਲ ਫੇਲੀਅਰ ਹੈਗੀ ਹੈ। ਤੇ ਆਪਣੇ ਇੱਥੇ ਵੇਖ ਲਓ ਜਿੰਨੇ ਇੰਟੈਲੀਜੈਂਸ ਹੈਗੇ ਆ ਜੀ, ਇਹ ਤੁਹਾਡੇ ਮੇਰੇ ਕੋਲ ਪੁੱਛ ਲਿਆ ਜੀ ਤੁਹਾਡੇ ਇੱਥੇ ਕੀ ਹੋਇਆ ਜੀ, ਅੱਜ ਉੱਥੇ ਕੀ ਹੋਇਆ, ਝੂਠੀਆਂ ਰਿਪੋਰਟਾਂ ਬਣਾਵਾਂ ਭੇਜ ਦਿੰਦੇ, ਵਿਹਲੀਆਂ ਤਨਖਾਹਾਂ ਲੈਣ ਦੇ। IB ਦਾ ਕੀ ਰੌਲਾ, ਕੀ ਕੀਤਾ IB ਨੇ ਅਜੇ ਤੱਕ? ਏਜੰਸੀਆਂ 'ਚ ਫਿਰ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਸੀ ਨਾ ਸਰਕਾਰ ਨੇ ਇਹਨਾਂ ਦਾ ਵੀ, ਨਿਕਲ ਗਿਆ ਨਾ ਬਾਹਰੋਂ, ਨਿਕਲ ਗਿਆ। ਇੱਥੋਂ ਆਉਂਦੇ ਉੱਡ ਕੇ ਮਾਸ਼ਿਸ਼ ਤੋਂ ਚੱਲ ਦक्षिण ਅਫਰੀਕਾ, ਤੇ ਬੀਬੀ ਵੀ ਉੱਡ ਜਾਣੀ ਸੀ ਜੇ ਐਂਟੀ ਗੈਂਗਸਟਰ ਫੋਰਸ ਨਾ ਫੜਦੀ। ਤੇ ਇੰਟੈਲੀਜੈਂਸ ਨੇ ਥੋੜ੍ਹਾ ਕੁਛ ਕੀਤਾ ਚ ਵੀ। ਇੰਟੈਲੀਜੈਂਸ ਏਜੰਸੀਆਂ ਸਾਡੀਆਂ ਬਿਲਕੁਲ ਫੇਲ ਆ।
ਕੁਛ ਨਹੀਂ ਇਹਨਾਂ ਨੂੰ ਪਤਾ ਲੱਗਦਾ, ਝੂਠੀ ਰਿਪੋਰਟ ਬਣਾ ਕੇ ਹੁਣ ਦੁਆਲੀ ਆ ਕੇ ਇਹਨਾਂ ਲਾਗੇ ਲਾ ਦੇਣਾ ਵੀ ਬੰਬ ਬਲਾਸਟ ਹੋਣ ਦੀ ਸ਼ੰਕਾ, ਅੱਤਵਾਦੀ ਕੋਈ ਵੱਡੀ ਵਾਰਦਾਤ ਕਰ ਹਰ ਵਾਰੀ ਇਹੀ ਭੇਜ ਦਿੰਦੇ ਆ। ਕਿਤੇ ਦੱਸਿਆ ਜਾਏ ਫਲਾਣੀ ਥਾਂ ਤੇ ਅੱਤਵਾਦੀ ਬੈਠਾ। ਇਹ CID ਵਾਲੇ ਕੀ ਕਰਦੇ ਇੱਥੇ? ਕੁਛ ਨਹੀਂ ਕਰਦੇ ਪਏ CID ਵਾਲੇ। ਚਲੋ ਅੱਜ ਵੀ ਐਸੇ ਇੱਕ ਸਵੇਰੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਰਾਜਾ ਸਾਂਸੀ 'ਚ ਹੈ, ਉੱਥੇ ਜਗਤਾਰ ਸਿੰਘ ਉਹ ਪੁਲਿਸ ਨੇ ਫੜ ਲਿਆ ਉੱਥੇ, ਕਿਉਂਕਿ ਉਹ ਜਗਤਾਰ ਸਿੰਘ ਉਹੀ ਹੈ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਜਦੋਂ ਕਤਲ ਹੁੰਦਾ ਹੈ, ਇਹ ਆਰੋਪ ਹੈ ਉਹ ਵੀ ਉਸੇ ਪਿੰਡ ਦਾ ਹੀ ਰਹਿਣ ਵਾਲਾ ਹੈ, ਮੂਸੇ ਪਿੰਡ ਦਾ ਰਹਿਣਾ, ਤੇ ਇਹ ਤੇ ਆਰੋਪ ਹੈ ਕਿ ਇਹ ਉਹਦੀ ਰੇਕੀ ਕੀਤੀ ਸੀਗੀ। ਇਹਨੂੰ ਪੁਲਿਸ ਨੇ ਫੜ ਲਿਆ ਕਿਉਂਕਿ ਇਹਦਾ ਲੁੱਕ ਆਊਟ ਨੋਟਿਸ ਜਿਹੜਾ ਇਸ਼ੂ ਹੋਇਆ ਸੀਗਾ ਉਹ ਦੁਬਈ ਭੱਜਣ ਦੀ ਫਰਾਕ ਸੀਗਾ। ਇੱਕ ਹੋਰ ਲੇਡੀ ਪੁਲਿਸ ਦੀ ਅੱਜ ਵੀਡੀਓ ਇੱਕ ਵਾਇਰਲ ਹੋ ਰਹੀ ਹੈ, ਉਹ ਇੱਕ ਕੁੜੀ ਨੂੰ ਥੱਪੜ ਮਾਰਦੀ ਦਿਸ ਰਹੀ ਹੈ ਵੀ ਕਿਸ ਤਰ੍ਹਾਂ ਥੱਪੜ ਮਾਰਨ ਰਹੀ ਹੈ। ਇਹ ਮਾਮਲਾ ਜਿਹੜਾ ਦੱਸਿਆ ਜਾਂਦਾ ਹੈ ਬਟਾਲੇ ਦਾ ਹੈ। ਇਹ ਵੀ ਦੱਸਿਆ ਜਾਂਦਾ ਵੀ ਕੁੜੀ ਆਪਣੀ ਆਈਲੈਟਸ ਦੀ ਜਿਹੜੀ ਹੈ ਉਹ ਐਗਜ਼ਾਮ ਦੇ ਕੇ ਆਪਣੇ ਦੋਸਤ ਦੇ ਨਾਲ ਜਨਮ ਦਿਨ ਮਨਾਉਣ ਪਾਰਕ 'ਚ ਬੈਠੀ ਸੀਗੀ, ਤੇ ਜਦੋਂ ਪੁਲਿਸ ਆਉਂਦੀ ਹੈ ਤੇ ਉਹਦਾ ਦੋਸਤ ਉਹਨੂੰ ਪੁਲਿਸ ਨੂੰ ਵੇਖ ਕੇ ਭੱਜ ਜਾਂਦਾ ਹੈ। ਇਹ ਕੁੜੀ ਨੂੰ ਪੁਲਿਸ ਫੜ ਲੈਂਦੀ ਹੈ ਤੇ ਉਹਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੰਦੀ ਹੈ। ਤੇ ਇਹ ਹਾਲਾਂਕਿ DGP ਸਾਹਿਬ ਨੇ, ਗੌਰਵ ਯਾਦਵ ਨੇ ਵਧੀਆ ਨੋਟਿਸ ਲਿਆ, ਇਹਨਾਂ ਦੋਨਾਂ ਦਾ ਤਬਾਦਲਾ ਕਰਤਾ, ਪਰ ਸਾਡੀ ਪੁਲਿਸ ਨੂੰ ਇਹ ਸਮਝਣਾ ਪਏਗਾ ਵੀ ਜਿਹੜਾ ਕੰਮ ਹੈ ਉਹਨਾਂ ਦਾ ਅਪਰਾਧ ਰੋਕਣਾ। ਇਹ ਨਹੀਂ ਹੈ ਵੀ ਕਿਸੇ ਤੁਸੀਂ ਆਜ਼ਾਦ ਮੁਲਕ ਦਾ ਆਜ਼ਾਦ ਸ਼ਹਿਰੀ ਹੈ, ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਕਿਸੇ ਨੂੰ ਥੱਪੜ ਮਾਰਨੇ। ਫਿਰ ਕਾਨੂੰਨ ਕਾਹਦੇ ਵਾਸਤੇ ਹੈ? ਫਿਰ ਤੁਸੀਂ ਸਾਰੇ ਕੰਮ ਬੰਦ ਕਰ ਦਿਓ, ਅਦਾਲਤਾਂ ਬੰਦ ਕਰ ਦਿਓ ਜੇ ਤੁਸੀਂ ਆਪ ਹੀ ਸਜ਼ਾ ਦੇਣੀ ਹੈ। ਤੇ ਇਸ ਕਰਕੇ ਘੁਟਾਲਾ ਅਸੀਂ ਪਹਿਲੇ ਵੀ ਦੱਸ ਚੁੱਕੇ ਹਾਂ ਵੀ ਘੁਟਾਲਿਆਂ ਦੀ ਗੱਲ ਕਰਦੇ ਰਹੇ ਹਾਂ, ਤੇ ਇੱਕ ਨਵਾਂ ਘੁਟਾਲਾ ਜੀ ਤੁਹਾਨੂੰ ਦੱਸਦਾ ਹੈ ਵੀ 600 ਕਰੋੜ ਦਾ। ਜਾਂਚ ਕਦੋਂ ਹੋਏਗੀ, ਕਦੋਂ ਸੱਚ ਸਾਹਮਣੇ ਆਏਗਾ, ਕਿੰਨਾ ਚਿਰ ਲੱਗੂਗਾ, ਕਿਉਂਕਿ ਜਿਹੜੇ ਘੁਟਾਲੇਬਾਜ਼ ਨੇ ਇਹਨਾਂ ਦੇ ਵੀ ਹੱਥ ਬੜੇ ਲੰਮੇ ਹੈ, ਕਾਨੂੰਨ ਸਾਰਾ ਜਾਣਦੇ ਨੇ, ਦਾ ਪੇਚ ਜਾਣਦੇ ਨੇ, ਉਲਝਾ ਦਿੰਦੇ ਨੇ ਟੀਮ ਨੂੰ ਵੀ। ਪਰ ਫਿਰ ਮਾਨ ਸਰਕਾਰ ਵਧਾਈ ਦੀ ਪਾਤਰ ਹੈ ਕਿ ਇਹ ਭ੍ਰਸ਼ਟਾਚਾਰੀਆਂ ਤੇ ਲਗਾਮ ਲੱਗ ਰਹੀ ਹੈ। ਸਾਨੂੰ ਦਿਓ ਇਜਾਜ਼ਤ, ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ, ਨਮਸਕਾਰ। ਜਾਣ ਤੋਂ ਪਹਿਲੇ ਮੈਂ ਇੱਕ ਵਾਰੀ ਫਿਰ ਤੁਹਾਨੂੰ ਅਪੀਲ ਕਰਾਂਗਾ, ਤੁਹਾਨੂੰ ਜੇ ਸਾਡਾ ਪ੍ਰੋਗਰਾਮ ਪਸੰਦ ਆਉਂਦਾ ਹੈ, ਸਾਡੇ ਚੈਨਲ ਨੂੰ ਲਾਈਕ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ, ਤੇ ਸਾਡੀ ਸ਼ੇਅਰ ਜ਼ਰੂਰ ਕਰੋ ਸਾਡੀ ਨਿਊਜ਼ ਨੂੰ, ਤੇ ਆਪਣੇ ਕਮੈਂਟ ਆਪਣਾ ਨੰਬਰ ਵੀ ਲਿਖੋ। ਸਾਨੂੰ ਕੋਈ ਵੀ ਤੁਹਾਨੂੰ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਤੇ ਸਾਨੂੰ ਦੱਸੋ, ਤੇ ਤੁਹਾਡੀ ਅਸੀਂ ਆਵਾਜ਼ ਬਣ ਕੇ ਤੁਹਾਡੀ ਆਵਾਜ਼ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਦਾ ਸਾਰਾ ਹੀ ਤੰਤਰ ਜਿਹੜਾ ਵਿਗੜਿਆ, ਕਿਉਂਕਿ ਭ੍ਰਸ਼ਟ ਅਧਿਕਾਰੀ ਹੈਗੇ ਨੇ, ਪਰ ਨਾਲ ਇਮਾਨਦਾਰ ਅਧਿਕਾਰੀਆਂ ਦੀ ਵੀ ਕੋਈ ਕਮੀ ਨਹੀਂ ਹੈਗੀ। ਤਾਂ ਹੀ ਇਹ ਸਿਸਟਮ ਚੱਲ ਰਿਹਾ ਤੇ ਲੋਕਾਂ ਨੂੰ ਮਾੜਾ ਮੋਟਾ ਇਨਸਾਫ ਮਿਲ ਰਿਹਾ, ਵਰਨਾ ਰੱਬ ਹੀ ਰੱਖਾ ਹੈ।